ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਗਣਿਤ ਮੈਥਸ ਦੀ ਕਿਤਾਬ ਤੇ ਉਹਦਾ 6ਵਾਂ ਚੈਪਟਰ ਟ੍ਰਾਇੰਗਲਸ ਤੇ ਉਹਦੀ 5th ਐਕਸਰਸਾਈਜ਼ 6.5 ਤੇ ਇਹਦੇ ਵਿੱਚ ਅੱਜ ਆਪਾਂ ਕੁਐਸਚਨਸ ਡਿਸਕਸ ਕਰਾਂਗੇ ਸਾਰੇ ਦੇ ਸਾਰੇ। ਚਲੋ ਪਹਿਲਾ ਕੁਐਸਚਨ ਪੜ੍ਹਦੇ ਹਾਂ। ਇਹਦੇ ਵਿੱਚ ਦਿੱਤਾ ਗਿਆ ਸਾਈਡਸ ਆਫ ਟ੍ਰਾਇੰਗਲ ਆਰ ਗਿਵਨ ਬਿਲੋ। ਤਿੰਨ ਸਾਈਡਸ ਦਿੱਤੀਆਂ ਹੋਈਆਂ ਕਿਸੇ ਵੀ ਟ੍ਰਾਇੰਗਲ ਦੀਆਂ। Determine which of them is right triangles. ਇਹਨਾਂ ਵਿੱਚੋਂ ਕਿਹੜੇ right angle triangle ਨੇ? In case of a right triangle, write the length of the hypotenuse. Hypotenuse ਕਿਹੜੀ ਹੁੰਦੀ ਹੈ? ਸਭ ਤੋਂ ਲੰਬੀ ਸਾਈਡ hypotenuse ਹੁੰਦੀ ਹੈ 90 ਡਿਗਰੀ ਦੇ ਬਿਲਕੁਲ ਸਾਹਮਣੇ ਜਿਹੜੀ ਹੁੰਦੀ ਹੈ। ਤੇ hypotenuse ਦਾ ਸਕੁਆਇਰ ਹੁੰਦਾ ਬਾਕੀ ਦੀ ਜਿਹੜੀ ਦੋ ਸਾਈਡਸ ਹੈਗੀ ਹੈ ਬੇਸ ਤੇ ਪਰਪੈਂਡੀਕੂਲਰ ਦੇ ਸਕੁਆਇਰ ਦੇ ਬਰਾਬਰ। ਠੀਕ ਹੈ, ਜੇ ਉਹ ਹੋ ਰਿਹਾ ਤਾਂ ਸਾਨੂੰ ਪਤਾ ਹੈ ਵੀ ਲੰਬੀ ਵਾਲੀ ਸਾਈਡ ਹਾਈਪੋਟੇਨਿਊਜ਼ ਹੈਗੀ ਹੈ। ਹੁਣ ਜਿਵੇਂ ਪਹਿਲੇ ਦੇ ਵਿੱਚ ਦਿੱਤਾ ਹੋਇਆ ਸਾਡੇ ਕੋਲ 7 24 ਤੇ 25। ਠੀਕ ਹੈ, ਇਹ ਟ੍ਰਾਇੰਗਲ ਲੈ ਲੈਂਦੇ ਆ ਆਪਾਂ ABC। ਠੀਕ ਹੈ, ABC ਤੇ ਇਹਦੇ ਵਿੱਚ ਜਿਹੜੀ ਸਭ ਤੋਂ ਲੰਬੀ ਹੈਗੀ ਹੈ 25, ਇਹਨੂੰ ਲੈ ਲਓ 24, ਇਹਨੂੰ ਲੈ ਲਓ 7। ਠੀਕ ਹੈ ਜੀ, AB 7 ਲੈ ਲਈ, BC 24, AC 25। ਹੁਣ ਸਾਨੂੰ ਪਤਾ ਹੈ AB ਦਾ ਸਕੁਆਇਰ ਪਲੱਸ BC ਦਾ ਸਕੁਆਇਰ 7 ਦਾ ਸਕੁਆਇਰ ਪਲੱਸ 24 ਦਾ ਸਕੁਆਇਰ। 7 ਦਾ ਸਕੁਆਇਰ ਮਤਲਬ 7 ਮਲਟੀਪਲਾਈਡ ਬਾਈ 7, ਉਹ ਕੀ ਹੋ ਗਿਆ 49। 24 ਦਾ ਸਕੁਆਇਰ 576 ਐਡ ਕੀਤਾ 625। ਠੀਕ ਹੈ, ਦੂਜੇ ਪਾਸੇ AC ਦਾ ਸਕੁਆਇਰ ਯਾਨੀ 25 ਦਾ ਸਕੁਆਇਰ, ਉਹ ਕੀ ਆ ਗਿਆ 625। ਆਪਸ ਦੇ ਵਿੱਚ ਦੋਨੋਂ ਬਰਾਬਰ ਹੋ ਗਏ। ਦੇਅਰਫੋਰ ਆਪਾਂ ਕਹਿ ਸਕਦੇ ਹਾਂ ABC ਰਾਈਟ ਐਂਗਲ ਟ੍ਰਾਇੰਗਲ ਹੈ ਜਿਹਦੇ ਵਿੱਚ ਹਾਈਪੋਟੇਨਿਊਜ਼ ਕਿਹੜੀ ਹੈਗੀ ਹੈ ਇਹਦੇ ਵਿੱਚ AC। ਉਵੇਂ ਹੀ B ਪਾਰਟ ਦੇ ਵਿੱਚ ਇਦਾਂ ਲੈ ਲੈਂਦੇ ਆ PQR ਟ੍ਰਾਇੰਗਲ ਹੈ। PQ 3 ਲੈ ਲਓ, QR 8 ਸੈਂਟੀਮੀਟਰ ਤੇ ਲੰਬੀ ਸਾਈਡ ਲੈ ਲਓ PR ਜਿਹੜੀ ਹੈਗੀ ਹੈ ਉਹ ਹੈਗੀ ਹੈ 6 ਸੈਂਟੀਮੀਟਰ। ਹੁਣ ਇਹਦਾ ਸਕੁਆਇਰ ਪਲੱਸ ਇਹਦਾ ਸਕੁਆਇਰ 3 ਦਾ ਸਕੁਆਇਰ ਪਲੱਸ ਆਪਾਂ ਇਹ ਕਹਿ ਸਕਦੇ ਹਾਂ ਸੌਰੀ ਇਹ ਲੈ ਲਓ 8, ਆਹ ਵਾਲੀ ਲੈ ਲਓ 6। ਠੀਕ ਹੈ, ਇਹਦੇ ਵਿੱਚ ਇਹਦਾ ਸਕੁਆਇਰ ਪਲੱਸ ਇਹਦਾ ਸਕੁਆਇਰ 3 ਦਾ ਸਕੁਆਇਰ ਪਲੱਸ 6 ਦਾ ਸਕੁਆਇਰ ਯਾਨੀ 9 ਪਲੱਸ 36, ਇਹ ਆ ਗਿਆ 45। QR ਦਾ ਸਕੁਆਇਰ 8 ਦਾ ਸਕੁਆਇਰ 64 ਹੁੰਦਾ, ਆਪਸ ਦੇ ਵਿੱਚ ਬਰਾਬਰ ਨਹੀਂ ਹੈਗੇ ਨੇ, ਦੇਅਰਫੋਰ ਆਪਾਂ ਕਹਾਂਗੇ ਨਾਟ ਰਾਈਟ ਐਂਗਲ ਟ੍ਰਾਇੰਗਲ। ਅੱਗੇ ਹੈਗਾ ਤੀਜਾ ਪਾਰਟ। ਇਹਦੇ ਵਿੱਚ ਟ੍ਰਾਇੰਗਲ ਦਾ ਮੈਂ ਅਲੱਗ ਨਾਮ ਦੇ ਦਿੱਤਾ MNP। MN ਹੈਗਾ 50 ਸੈਂਟੀਮੀਟਰ, NP ਲੈ ਲਓ ਤੁਸੀਂ 80 ਸੈਂਟੀਮੀਟਰ ਤੇ ਲੌਂਗੈਸਟ ਸਾਈਡ 100 ਸੈਂਟੀਮੀਟਰ। ਇਹਦਾ ਸਕੁਆਇਰ ਪਲੱਸ ਇਹਦਾ ਸਕੁਆਇਰ 50 ਦਾ ਸਕੁਆਇਰ ਪਲੱਸ 80 ਦਾ ਸਕੁਆਇਰ 2500 ਪਲੱਸ 6400 8900 ਆ ਗਿਆ। MP ਦਾ ਸਕੁਆਇਰ ਯਾਨੀ 100 ਦਾ ਸਕੁਆਇਰ ਉਹ 10000 ਹੈ, ਆਪਸ ਦੇ ਵਿੱਚ ਬਰਾਬਰ ਨਹੀਂ ਹੈਗੇ ਨੇ, ਦੇਅਰਫੋਰ ਨਾਟ ਰਾਈਟ ਐਂਗਲ ਟ੍ਰਾਇੰਗਲ। ਇਹ ਹੈਗਾ 4th ਵਾਲਾ, ਉਹਦੇ ਵਿੱਚ ਇਹ ਟ੍ਰਾਇੰਗਲ ਬਣਾਤਾ ACB ਹੈ ABC। AB ਜਿਹੜੀ ਹੈ 13 ਸਭ ਤੋਂ ਲੰਬੀ, ਇਹ 12 ਤੇ ਇਹ 5। ਇਹਦਾ ਸਕੁਆਇਰ ਪਲੱਸ ਇਹਦਾ ਸਕੁਆਇਰ 12 ਦਾ ਸਕੁਆਇਰ ਪਲੱਸ 5 ਦਾ ਸਕੁਆਇਰ 169। AB ਦਾ ਸਕੁਆਇਰ 169 ਆ ਰਿਹਾ, ਦੋਨੋਂ ਆਪਸ ਦੇ ਵਿੱਚ ਬਰਾਬਰ ਹੈਗੇ ਨੇ ਸਕੁਆਇਰ, ਦੇਅਰਫੋਰ ਰਾਈਟ ਐਂਗਲ ਟ੍ਰਾਇੰਗਲ। ਤੇ ਹਾਈਪੋਟੇਨਿਊਜ਼ ਕੀ ਹੈਗਾ ਇਹਦੇ ਵਿੱਚ 13 ਸੈਂਟੀਮੀਟਰ। ਈਜ਼ੀ। ਅੱਗੇ ਹੈਗਾ ਸੈਕਿੰਡ ਕੁਐਸਚਨ। ਇਹਦੇ ਵਿੱਚ ਕਿਹਾ ਗਿਆ PQR ਇਜ਼ ਅ ਟ੍ਰਾਇੰਗਲ ਰਾਈਟ ਐਂਗਲਡ ਐਟ P। ਇਹਨੂੰ ਮੈਂ ਇਦਾਂ ਬਣਾ ਲੈਂਦੀ ਹਾਂ, ਇਦਾਂ ਕਰਕੇ ਟ੍ਰਾਇੰਗਲ ਹੈਗਾ, ਇਹ P, ਇਹ Q ਤੇ ਇਹ R, ਇਹ 90 ਡਿਗਰੀ ਦਾ ਐਂਗਲ ਹੈਗਾ। M is the point on QR। QR ਤੇ ਇੱਕ ਪੁਆਇੰਟ ਹੈਗਾ M, ਇਹਨੂੰ ਮੈਂ ਇਦਾਂ ਕਰਕੇ ਇਹ ਇੱਥੇ ਬਣਾ ਦਿੰਦੀ ਹਾਂ। ਉਹਨਾਂ ਨੇ ਕਿਹਾ ਸੱਚ ਦੈਟ PM is perpendicular to QR, ਯਾਨੀ ਇਹ ਵੀ 90 ਡਿਗਰੀ ਇਹ ਵੀ 90 ਡਿਗਰੀ ਦਾ ਐਂਗਲ ਹੋ ਗਿਆ। ਸ਼ੋ ਕਰਨਾ ਹੈ ਵੀ ਇਹ ਜਿਹੜਾ PM ਹੈਗਾ, PM ਦਾ ਸਕੁਆਇਰ ਕਿਹਦੇ ਬਰਾਬਰ ਹੈ? ਉਹ ਬਰਾਬਰ ਹੈਗਾ QM ਮਲਟੀਪਲਾਈਡ ਬਾਈ MR ਦੇ ਬਰਾਬਰ। ਦੇਖੋ ਹੁਣ ਇਹਨੂੰ ਮੈਂ ਕਿਵੇਂ ਪ੍ਰੂਫ ਕਰਾਂਗੀ। ਸਭ ਤੋਂ ਪਹਿਲਾਂ ਤੁਸੀਂ ਲਿਖੋਗੇ ਗਿਵਨ ਦੇ ਵਿੱਚ ਲਿਖੋਗੇ ਟ੍ਰਾਇੰਗਲ PQR, ਫਿਰ ਲਿਖੋਗੇ ਰਾਈਟ ਐਂਗਲ ਐਟ P and M is the midpoint of QR, ਇਹ ਸਾਰਾ ਲਿਖੋਗੇ। ਟੂ ਸ਼ੋ ਦੀ ਥਾਂ ਤੇ ਤੁਸੀਂ ਲਿਖੋਗੇ ਟੂ ਪ੍ਰੂਫ, ਇਹ ਆ ਗਿਆ। ਹੁਣ ਮੈਂ ਲਿਖ ਰਹੀ ਹਾਂ ਜੀ ਇਹਦਾ ਪ੍ਰੂਫ ਕੀ ਹੈਗਾ। ਦੇਖੋ ਮੈਨੂੰ ਇਹਦੇ ਵਿੱਚ ਪਤਾ ਹੈ ਐਂਗਲ P ਜਿਹੜਾ ਇਹ ਵਾਲਾ ਇਹ ਕਿੰਨਾ 90 ਡਿਗਰੀ, ਕਿਉਂਕਿ ਮੈਨੂੰ ਗਿਵਨ ਹੈਗਾ। ਠੀਕ ਹੈ, ਹੁਣ ਇਹਦੇ ਵਿੱਚ ਇਹ ਵਾਲਾ ਐਂਗਲ 1 ਲੈ ਲਓ, ਇਹ ਐਂਗਲ 2 ਲੈ ਲਓ, ਯਾਨੀ ਐਂਗਲ 1 ਪਲੱਸ ਐਂਗਲ 2 ਕਿੰਨਾ ਹੋ ਗਿਆ 90 ਡਿਗਰੀ। ਠੀਕ ਹੈ, ਐਂਗਲ M ਜਿਹੜਾ ਹੈ ਉਹ ਪੂਰਾ ਇਹ ਵਾਲਾ ਲੈ ਲਓ ਜਾਂ ਇਹ ਵਾਲਾ 90 ਡਿਗਰੀ ਹੈ। ਐਂਗਲ M ਇਜ਼ ਇਕੁਅਲ ਟੂ 90 ਡਿਗਰੀ, ਪਰਪੈਂਡੀਕੂਲਰ ਹੈ। ਠੀਕ ਹੈ ਨਾ, ਕਿਉਂਕਿ ਇਹ ਦਿੱਤਾ ਹੈ PM ਇਜ਼ ਪਰਪੈਂਡੀਕੂਲਰ ਟੂ QR। ਹੁਣ ਆਪਾਂ ਗੱਲ ਕਰਦੇ ਹਾਂ ਟ੍ਰਾਇੰਗਲ
एम क्यू, ए वाला जो ट्रायंगल है, ए वाला, ठीक है। ट्रायंगल पी एम क्यू दे विच तीनों जेडे एंगल्स ने वो किहदे बराबर होने चाहिए 180 दे। ए वाला एंगल 3 ले लो, ए 5 ले लो, आ 6 ले लो, ए 4 ले लो, सारिਆਂ ਨੂੰ ਨਾਮ ਦੇ ਦਿੱਤਾ। ਹੁਣ ਇਹਦੇ ਵਿੱਚ एंगल 1 इस ट्रायंगल विच प्लस एंगल 3 प्लस एंगल 5 इज इक्वल टू 180 डिग्री। एंगल सम प्रॉपर्टी ऑफ अ ट्रायंगल, एंगल सम प्रॉपर्टी ऑफ ट्रायंगल, ठीक है। हुण मैनूं इहदे विच ये पता है कि जिहड़ा मेरा एंगल 5 है वो 90 डिग्री है। एंगल 1 प्लस एंगल 3 इज इक्वल टू 180 डिग्री माइनस 90 डिग्री, क्योंकि इधर जाके माइनस का हो जाएगा। 180 दे विचों जे तुसी 90 माइनस करोगे तुहाडे कोल की रह गया 90 डिग्री, ठीक है जी। ये जिहड़ी मेरे कोल आ गई एक तरीके दे नाल तुसी ये कह सकते हो एक इक्वेशन बन गई। इनू आपां की कहंदे आ 1 नाम दे दो इनू, ठीक है, या इनू 2 नाम दे दो। क्यों मैं दसदी हां, क्योंकि आपां पहला ये कीता सी 1 प्लस 2 90 डिग्री, दिस प्लस दिस 90 डिग्री सी। हुण मैं कहा 1 प्लस 3 भी 90 डिग्री आ, तुसी देख रहे हो दोनों पासे 1 ते दोनों पासे 90 डिग्री। कहने का मतलब आप ये कह सकते हैं भी दोनों 90 के बराबर हैगे ने, ते फ्रॉम इक्वेशन 1 एंड 2 दोनों 90 के बराबर एंगल 1 प्लस एंगल 2 इज इक्वल टू एंगल 1 प्लस एंगल 3, 1 1 कैंसल, एंगल 2 ते एंगल 3 आपस दे विच बराबर हो गए, यानी कि ये चीज़ ते ये चीज़ आपस दे विच बराबर होगी, ठीक है। हुण मैं गल करदी हां इत्थे सॉल्व करदी हां इन ट्रायंगल QPM, QPM ए वाला ही छोटे वाला एंड दूजे पासे जरा ट्रायंगल है वो मैं ले रही हूँ ट्रायंगल RPM ए वाला, ठीक है जी। 2 हिस्से ले रही हूँ। ये मैनू पता है एंगल 2 ते एंगल 3 बराबर है, प्रूव्ड। ये दोनों ट्रायंगल 5 ते 6 बराबर है, ईच 90 डिग्री का हो गया। देयरफॉर दोनों ट्रायंगल्स जेडे ने वो सिमिलर हो जाएंगे। केड़ी सिमिलैरिटी, ए सिमिलैरिटी, ठीक है जी, ए वाले क्राइटेरिया तो। देयरफॉर एरिया ऑफ ट्रायंगल QMP बटा एरिया ऑफ ट्रायंगल PMR इज इक्वल टू PM दा स्क्वायर बटा MR दा स्क्वायर, है ना। PM दा स्क्वायर बटा MR दे स्क्वायर दे बराबर हो गया आपस दे विच। क्यों, कारण की है, इफ 2 ट्रायंगल्स, वही कारण जो आप हुण तक लिखते आ रहे हैं, आर सिमिलर, द रेशो ऑफ देयर areas is equal to square of corresponding sides से बराबर हो गया, ये लिख सकते हैं। देयरफॉर मैं ये कह सकती हाँ ए वाला जो ट्रायंगल है एरिया का फॉर्मूला की होंगे हाफ बेस इंटू हाइट ट्रायंगल के एरिया का, ठीक है। हुण QMP जिहड़ा हैगा QMP ए वाला जो ट्रायंगल हैगा इहदे विच एरिया की हो जाएगा QM मल्टीप्लाइड बाय PM, ते इधरले पासे RM मल्टीप्लाइड बाय PM ये लिख सकती हैं। ये आ गया हाफ एदी था ते मल्टीप्लाइड बाय QM मल्टीप्लाइड बाय PM बटा हाफ मल्टीप्लाइड बाय RM मल्टीप्लाइड बाय PM इज इक्वल टू PM दा स्क्वायर बटा MR दा स्क्वायर। एक कारण लिखना बहुत जरूरी है भी एरिया ऑफ ट्रायंगल ए हुंदा। ਇਹਦੇ ਵਿੱਚ ਹਾਫ ਦੇ ਨਾਲ ਹਾਫ ਕੈਂਸਲ, PM ਦੇ ਨਾਲ PM ਕੈਂਸਲ, QM ਬਟਾ RM ਇਜ਼ ਇਕੁਅਲ ਟੂ PM ਦਾ ਸਕੁਆਇਰ ਮਲਟੀਪਲਾਈਡ ਬਾय RM ਦਾ ਸਕੁਆਇਰ, ਇਹ ਲਿਖ ਸਕਦੇ, ਠੀਕ ਹੈ ਜੀ। ਹੁਣ ਇਹਦੇ ਵਿੱਚ ਇਹ ਜੇ ਮੈਂ ਉੱਤੇ ਲੈ ਜਾ QM ਮਲਟੀਪਲਾਈਡ ਬਾय RM ਦਾ ਸਕੁਆਇਰ RM ਮਲਟੀਪਲਾਈ RM ਲਿਖ ਸਕਦੀ ਹੈ, ਥੱਲੇ ਕੀ ਹੈ RM ਇਜ਼ ਇਕੁਅਲ ਟੂ PM ਦਾ ਸਕੁਆਇਰ। ਇਹਦੇ ਵਿੱਚ ਇੱਕ RM ਇਹਦੇ ਨਾਲ ਕੈਂਸਲ, QM मल्टीप्लाइड बाय RM इज इक्वल टू PM दा स्क्वायर, ये हो गया जी हैंस प्रूव्ड जो उन्होंने मंगया सी। अगे है तीजा क्वेश्चन, ये दिता गया ABD, ये ट्रायंगल है राइट एंगल एट ए 90 डिग्री है, AC परपेंडिकुलर है, आप प्रूव करना है ये सारिया चीज़ा। तो गिवन दे विच मैं लिखता
जो ਆਪਾਂ 2 प्रूव करना है वो भी मैं इत्थे लिखता। ठीक है जी। हुण मैं की कर रही हाँ, देखो प्रूफ दे रही हाँ तुहानूं, प्रूफ दे विच तुसीं की लिखोगे जे इहदे विच मैं ट्रायंगल DAB ए वाला लैंदी हाँ, एक ए वाला ट्रायंगल DAB। ठीक है जी। ते दूजे पासे दूजा जिहड़ा ट्रायंगल लै रही हाँ DCA ए वाला ट्रायंगल लै रही हाँ। ठीक है, इन्हां दोनों दे विच मैं कह सकती हाँ D कॉमन है, एक ए वड्डे वाला सी एक ए छोटे वाला, D कॉमन आ गया। ठीक है जी। एंगल A ਵੱਡੇ वाले दे विच एंगल C ਇਹਦੇ ਵਿੱਚ दोनों 90 डिग्री है, तो ये दोनों ट्रायंगल सिमिलर हो गए बाय ए सिमिलैरिटी। ठीक है, उवें ही जे मैं ट्रायंगल लंदी हाँ DAB वापस तो वही ਵੱਡੇ वाला ट्रायंगल ए वाला, ते दूजे पासे मैं ले रही हाँ ACB ए वाला छोटे वाला, यानी कि ए वाला ए छोटे वाला। ठीक है, इन्हां दोनों विच B कॉमन है, एंगल ए वाला एंगल C दे बराबर दोनों 90 डिग्री, यानी ये दोनों ट्रायंगल्स भी सिमिलर हो गए आपस दे विच, ते ए लै सकदी हां भी मैं ए सिमिलैरिटी ए दूजा। ठीक है, फ्रॉम 1 एंड 2 दोनों ਵੱਡੇ वाले दे सिमिलर हैगे ने। ठीक है, देयरफॉर आप ये कह सकते हैं तीनों आपस दे विच सिमिलर हो गए। हुण जब सिमिलर हो गए DAB सिमिलर टू ACB सिमिलर टू DCB, जे मैं लंदी हाँ ACB इज सिमिलर टू DAB, केड़े वाला आ देखो ACB इज सिमिलर टू, इस केस दे विच जिहड़ा दूजे वाला केस मैं इहदे विच ले रही हैगी हाँ, एक हैगा ACB ते दूजा वाला मैं जिहड़ा ले रही हाँ वो मैं ले रही हाँ DAB यानी ये वड्डे वाला, ये आपस दे विच सिमिलर है सानू पता है। तो जे ट्रायंगल सिमिलर हैगे ने आपां प्रूव करता इन्हां दा जिहड़ा एरिया हैगा ओदी जिहड़ी रेशो होगी और साइड दी रेशो दे बराबर आएगी। वही मैं लिखिया एरिया इज बटा ऑफ दिस इज इक्वल टू AB दा स्क्वायर बटा DB दा स्क्वायर। इफ टू ट्रायंगल्स आर सिमिलर कॉरस्पॉन्डिंग साइड्स की होणगियां प्रोपोर्शन दे विच होणगियां। देखो फॉर्मूला की हुंदा है एरिया दा हाफ बेस इनटू हाइट, वो हो गया BC मल्टीप्लाइड बाय AC एदा, ते एदा हो गया हाफ DB मल्टीप्लाइड बाय AC, दूजी साइड एदा दी एदा। ठीक है, हाफ दे नाल हाफ कैंसल, AC दे नाल AC, देयरफॉर BC बटा DB इज इक्वल टू AB दा स्क्वायर मल्टीप्लाइड बाय DB दा स्क्वायर। इनू मैं इदा लिख सकती हूँ AB दा स्क्वायर इज इक्वल टू ए इत्थे जाएगा इदा करके BC मल्टीप्लाइड DB बटा DB, ए कैंसल इज इक्वल टू AB दा स्क्वायर। हो गया जी प्रूफ। उवें ही जिवें मैं प्रूफ किया इस चीज़ नूं उवें ही वापस जाते हैं। हुण सैकेंड पार्ट दे विच मैं किहड़े दो ट्रायंगल्स लै रही हाँ, एक मैं लै रही हाँ DCA ए वाला ते एक मैं लै रही हाँ वड्डे वाला। ठीक है, हुण एदा एरिया बटा एदा इज इक्वल टू AD दा स्क्वायर बटा DB दा स्क्वायर। एदा एरिया की हो जाएगा हाफ इंटू DCA दा हाफ इंटू DCA केड़ा ए वाला AC मल्टीप्लाइड बाय A ते पूरे दा AC मल्टीप्लाइड बाय BD, ਉਹੀ मैं ਇੱਥੇ लिखिया ए कैंसल ਇਹਦੇ ਨਾਲ AC कैंसल, ए रह गया CD बटा BD इज इक्वल टू AD दा स्क्वायर मल्टीप्लाइड बाय BD दा स्क्वायर। ਹੁਣ ਇਹਨੂੰ मैं ਇੱਥੇ ਲੈ ਜਾ CD मल्टीप्लाइड BD दो बार बटा BD एक कैंसल हो गया इज इक्वल टू AC दा स्क्वायर, एक ही आ गया CD मल्टीप्लाइड बाय BD, सॉरी AD रहेगा इत्थे AD दा स्क्वायर आ गया इन्हां दोनों के बराबर। ये हो गया साडे कोल एक चीज़ होर प्रूफ जो आप प्रूफ करनी सी, ये मैं पहला थर्ड पार्ट प्रूफ करता है। ठीक है जी, ये वाला पार्ट मैं प्रूफ करता, हुण मैं सैकेंड प्रूफ कर रही हूँ। सैकेंड प्रूफ करन दे लई आपां की लवांगे इहदे विच, सैकेंड वाले लई मैं एक ट्रायंगल लिता है ABC ए वाला ते दूजा वाला ट्रायंगल लिता है ADC, आपस दे विच सिमिलर हैगे ने ते दोनों का एरिया जिहड़ा उन्हां दी साइड्स दे स्क्वायर दे प्रोपोर्शन दे बराबर आ जाएगा। यही कारण तुसीं दोबारा लिख सकते हो। ठीक है जी, ए लिखता हाफ मल्टीप्लाइड बाय एदा एरिया की होएगा ये वाले ट्रायंगल दा AC मल्टीप्लाइड बाय BC, ਇਹਦੇ ਵਿੱਚ AC ਮਲਟੀਪਲਾਈਡ ਬਾय DC ਹੋ ਜਾਏਗਾ। ਹੁਣ ਇਹਨੂੰ ਜਦ ਆਪਾਂ ਸੋਲਵ ਕਰਾਂਗੇ ਹਾਫ ਨਾਲ ਹਾਫ ਕੈਂਸਲ, ਇਹਦੇ ਨਾਲ ਇਹ ਕੈਂਸਲ, ਇਹ ਆ ਗਿਆ BC, ਇਹ ਉੱਤੇ ਚਲਾ ਗਿਆ ਮਲਟੀਪਲਾਈ DC ਬਟਾ DC इज इक्वल टू AC ਦਾ ਸਕੁਆਇਰ। ठीक है जी, ये कैंसल, ये आ गया प्रूव हो गया, आप प्रूव करता, हैंस प्रूव्ड।
अगला हैगा चौथा क्वेश्चन, ABC इज एन आइसोसेलेस ट्रायंगल। आइसोसेलेस ट्रायंगल हुंदा है जिहदी दो साइड्स बराबर होण, जिवें ABC दी मैं A वाली साइड AC ते CB बराबर करती है, या BC कह सकते हो। राइट एंगल एट 90 डिग्री, C जेड़ा एंगल है 90 डिग्री ते हैगा। आपां प्रूव करना है AB दा स्क्वायर ओ AC दे स्क्वायर दे बराबर है। देखो सानू उदां पता है, गिवन टू प्रूफ ਇਹਦੇ ਵਿੱਚ ABC ट्रायंगल है 90 डिग्री है, ए साइड ਇਹਦੇ बराबर है, तो AB ਦਾ ਸਕੁਆਇਰ ਕਿਹਦੇ ਬਰਾਬਰ ਹੋਏਗਾ, ਇਹਦੇ ਸਕੁਆਇਰ ਪਲਸ ਇਹਦੇ ਸਕੁਆਇਰ ਦੇ ਬਰਾबर। ਇਹ ਦੋਨੋਂ ਆਪਸ ਦੇ ਵਿੱਚ ਬਰਾਬਰ ਹੈਗੇ ਨੇ, ਤਾਂ ਮੈਂ BC ਦੀ ਥਾਂ ਤੇ AC ਲਿਖ ਸਕਦੀ ਹਾਂ। ਇਹ ਕੀ ਹੋ ਗਿਆ 2 ਟਾਈਮਸ AC ਦਾ ਸਕੁਆਇਰ, ਹੈਂਸ ਪ੍ਰੂਵਡ। ਅੱਗੇ ਹੈਗਾ 5th क्वेश्चन, ABC is an isosceles again triangle with AC equal to BC, यानी इतना करके isosceles triangle बना लो। ACB ਇਹਦੇ ਵਿੱਚ ਦੱਸਿਆ A ਸਾਈਡ ਇਹਦੇ ਬਰਾਬਰ ਹੈ ਤੇ ਦੱਸਿਆ AB ਦਾ ਸਕੁਆਇਰ, ਯਾਨੀ A ਵਾਲੀ ਸਾਈਡ ਦਾ ਸਕੁਆਇਰ ਜੋ ਆਪਾਂ ਚੌਥੇ ਕੁਐਸਚਨ ਵਿੱਚ ਪ੍ਰੂਫ ਕੀਤਾ ਸੀ ਇਜ਼ ਇਕੁਅਲ ਟੂ 2 ਟਾਈਮਸ AC ਦਾ ਸਕੁਆਇਰ, ਉਹ ਆਪਾਂ ਪ੍ਰੂਫ ਕਰ ਚੁੱਕੇ ਹਾਂ। ਪ੍ਰੂਫ ਦੈਟ ABC ਇਜ਼ ਅ ਰਾਈਟ ਟ੍ਰਾਇੰਗਲ, ਇਹਨੂੰ ਪ੍ਰੂਫ ਕਰਨਾ ਵੀ ਇਹ ਰਾਈਟ ਐਂਗਲ ਟ੍ਰਾਇੰਗਲ ਹੈਗਾ। ਦੇਖੋ ਗਿਵਨ ਦੇ ਵਿੱਚ ਲਿਖੋਗੇ, ਟੂ ਪ੍ਰੂਫ ਦੇ ਵਿੱਚ ਇਹ ਚੀਜ਼ ਲਿਖੋਗੇ ਵੀ ਇਹ ਇੱਕ ਰਾਈਟ ਐਂਗਲ ਟ੍ਰਾਇੰਗਲ ਪ੍ਰੂਫ ਕਰਨਾ ਹੈ। प्रूफ दे विच देखो AB दा स्क्वायर जो राइट एंगल ट्रायंगल है इक्वल टू A दा स्क्वायर प्लस A दा स्क्वायर होना चाहिए। AB दा स्क्वायर 2 टाइम्स AC दिता है, पर ये दिता है भी आइसोसेलेस है, यानी AC ते BC बराबर है। इनू 2 टाइम्स AC दा स्क्वायर नु AC स्क्वायर प्लस AC स्क्वायर लिख सकते हैं। AC दी थां ते एक थां ते BC दा स्क्वायर लिख दो ते कन्वर्स ऑफ पाइथागोरस थ्योरम दे नाल ट्रायंगल ABC राइट एंगल ट्रायंगल प्रूव हो गया। आगे हैगा 6th क्वेश्चन, ABC इक्विलेटरल ट्रायंगल हैगा, यानी कुछ इदां दा आपां ट्रायंगल बना रहे हैं, ठीक है। ते इहदू मैं नाम दे दिंदी हां A B ते C इक्विलेटरल ट्रायंगल है विद साइड 2A, फाइंड ईच ऑफ दी ऑल्टीट्यूड फाइंड करना है। इहदे विच सब तो पहला एक लाइन ड्रॉ करते हैं इदां करके, ठीक है जी। हुण क्योंकि ये इक्विलेटरल ट्रायंगल हैगा, ठीक है, ते ये ऑल्टीट्यूड है, ऑल्टीट्यूड जिहड़ा 90 डिग्री दा हुंदा है AD, ते मैं इत्थे लिखिया ABC एक इक्विलेटरल ट्रायंगल है। हर एक साइड A वाली जिहड़ी साइड है इहनू 2A ले लो, A वाली भी पूरी दी पूरी 2A होगी ते थल्ले भी की हो गया 2A, तीनों साइड्स 2A हैगियां ने। हुण सानू पता है AD परपेंडिकुलर हैगा BC दे, क्योंकि की कहा गया ऑल्टीट्यूड जिहड़ा हैगा वो आपां बनाया इहदे विच, है ना। AD is perpendicular to BC, therefore आप ये कह सकते हैं भी AB equal to AC equal to BC is equal to 2 times A। हुण ਇਹਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਜਿਹੜਾ ਟ੍ਰਾਇੰਗਲ ਹੈਗਾ ਇਹ ਵਾਲਾ ABD ਇੱਕ A ਵਾਲਾ ਤੇ ਇੱਕ ਦੂਜੇ ਵਾਲਾ A ਵਾਲਾ ADC, ठीक है जी। A साइड 2A 90 डिग्री 90 डिग्री एक कॉमन कह सकते हैं ते ਇਹਦੇ ਨਾਲ ਆਪਾਂ ਕਹਿ ਸਕਦੇ ਹਾਂ ਰਾਈਟ ਐਂਗਲ ਟ੍ਰਾਇੰਗਲ ਕੌਨਗਰੂਐਂਸੀ ਦੇ ਨਾਲ, CONGRUENCY ਕੌਨਗਰੂਐਂਸੀ, RHS ਕੌਨਗਰੂਐਂਸੀ ਕਿ 90 डिग्री ਦਾ ਇੱਕ ਐਂਗਲ ਹੈਗਾ, ठीक है ना। ਇਹ ਲਿਖ ਸਕਦੇ ਹੋ ਜਿਵੇਂ ਇੱਥੇ ਵੀ AB is equal to AC is equal to 2A, AD is equal to AD कॉमन, ठीक है, ते एंगल D is equal to एंगल D, ए कितना है 90 डिग्री, ਤੇ ਇਹ ਦੋਨੋਂ ਟ੍ਰਾਇੰਗਲਸ ਕੀ ਹੋ ਗਏ ਕੌਨਗਰੂਐਂਟ ਹੋ ਗਏ। ਜੇ ਕੌਨਗਰੂਐਂਟ ਹੋ ਗਏ ਤਾਂ ਇਹਨਾਂ ਦਾ ਜਿਹੜਾ ਪਾਰਟ ਹੈ ਇਹ ਵਾਲਾ BD is equal to DC ਕਹਿ ਸਕਦੇ ਹਾਂ, ਇਹ ਵਾਲੇ ਪਾਰਟ ਦੇ ਬਰਾਬਰ ਇਕੁਅਲ ਟੂ A, ਦੋਨੋਂ AA ਹੋ ਜਾਣਗੇ। ਵਾਟ ਇਜ਼ CPCT ਜਿਹੜਾ ਆਪਾਂ ਲਿਖਿਆ ਇਹਦੇ ਵਿੱਚ ਮੈਥ ਜਿਹੜਾ ਆਪਾਂ ਲਿਖਦੇ ਆ CPCT ਦਾ ਮਤਲਬ ਇਹ ਹੁੰਦਾ ਹੈਗਾ ਵੀ ਕੋਰਸਪੋਂਡਿੰਗ ਪਾਰਟਸ ਜਿਹੜੇ ਹੈਗੇ ਨੇ ਆਫ ਕੌਨਗਰੂਐਂਟ ਟ੍ਰਾਇੰਗਲਸ, ठीक है जी। ट्रायंगल्स कॉन्ग्रुएंट उन्हां दे कोरस्पोंडिंग पार्ट्स बराबर हैगे ने। हुण जे आपां गल करिए आपां फाइंड ईच ऑफ इट्स ऑल्टीट्यूड, हुण जेड़ा राइट एंगल ट्रायंगल ADB ए वाला ले रहे हो जेड़ा तुसी, इहदे विच AB दा स्क्वायर इज इक्वल टू A दा स्क्वायर प्लस A दा स्क्वायर, यही आएगा। A पूरा 2A हैगा, A वाली साइड असी लभनी है, A की है A दा स्क्वायर। हुण 2A दा स्क्वायर की हो गया 2 दा स्क्वायर 4, A स्क्वायर A इधर चला गया माइनस A स्क्वायर इज इक्वल टू AD स्क्वायर इज इक्वल टू 4 माइनस 1 3A स्क्वायर, AD इज इक्वल टू अंडर रूट 3 A दा जेड़ा स्क्वायर है वो A निकल के आ गया, ये आ गया साडे कोल आंसर।
आगे है 7th क्वेश्चन, प्रूव दैट द सम ऑफ स्क्वायर्स ऑफ द साइड्स ऑफ अ रोहम्बस इज इक्वल टू सम ऑफ स्क्वायर्स ऑफ इट्स डायगोनल्स। पहले इदा करते हैं, इदा करके एक रोहम्बस ड्रॉ कर लो, इदा दा कुछ। ठीक है जी, हुण इहदे विच आपां ड्रॉ करनी है इहदी डायगोनल्स, एक ਇਹ या आपां लाइन दे नाल प्रॉपर ड्रॉ करते हैं, एक ए डायगोनल ते दूजी डायगोनल ए वाली ले लो। हुण इनू पहला आपां नाम दे दिंदे आ, ए ले लो ए डी ओ सी ते बी। ठीक है, इदां दा कुछ रोहम्बस बन गया साडा। हुण इहदे विच इन्हां ने किहा सम ऑफ स्क्वायर्स ऑफ द साइड्स दा जिहड़ा स्क्वायर हैगा, ठीक है, ए प्रूव करना है इक्वल टू स्क्वायर ऑफ इट्स सम ऑफ स्क्वायर ऑफ इट्स डायगोनल्स। ठीक है, रोहम्बस दिता ए बी सी डी, ए सी ते बी डी इंटरसेक्ट कर रही है ओ ते, ए गिवन हो गया। हुण प्रूफ ए करना है। हुण देखो प्रूफ दे विच जिहड़ी डायगोनल्स हुंदी है ना रोहम्बस दियां, ओ एक दूजे नूं बाइसेक्ट करदी है 90 डिग्री ते, मतलब ए 90 डिग्री, ए भी 90, ए भी 90 ते ए भी 90। ठीक है, ते बाइसेक्ट कर रही है एंगल 90 है, ते इहदे नाल नाल आपां ये कह सकते हैं भी जिहड़ा ए ओ हैगा ओ ओ सी दे बराबर हैगा, जिहड़ा ओ बी हैगा ओ डी ओ दे बराबर है। ठीक है, तो इत्थे लिखिया एंगल्स, ए हैगा एंगल्स at O are right angles 90 डिग्री। ठीक है जी, हुण ट्रायंगल ए ओ बी दी गल करदे हैं। ए वाला जो ट्रायंगल है छोटे वाला, ਇਹਦੇ ਵਿੱਚ मैं की कह सकती है 90 डिग्री ਦੇ सामने वाली साइड ए वाली, ए बी ਦਾ ਸਕੁਆਇਰ ਇਜ਼ ਇਕੁਅਲ ਟੂ ए ਦਾ ਸਕੁਆਇਰ ਪਲੱਸ ए ਦਾ ਸਕੁਆਇਰ, ਪਾਇਥਾਗੋਰਨ ਥਿਓਰਮ। ਉਵੇਂ ਹੀ BC ਦਾ ਸਕੁਆਇਰ ए ਦੇ ਸਕੁਆਇਰ ਪਲੱਸ ए ਦੇ ਸਕੁਆਇਰ ਦੇ ਬਰਾਬਰ। ਉਵੇਂ ਹੀ ਇਹਦੇ ਵਿੱਚ CD ਦਾ ਸਕੁਆਇਰ ਇਜ਼ ਇਕੁਅਲ ਟੂ ਇਹਦਾ ਪਲੱਸ ए ਦਾ ਸਕੁਆਇਰ, ਤੇ AD ਦਾ ਸਕੁਆਇਰ ਕਿਹਦੇ ਬਰਾबर, ए ਦੇ ਸਕੁਆਇਰ ਪਲੱਸ ए ਦੇ ਬਰਾबर। ठीक है जी, ये सारा हो गया। हुण इन्हां सारिਆਂ ਨੂੰ ਜੇ ਆਪਾਂ ਐਡ ਕਰਾਂਗੇ ਤਾਂ ਇਧਰਲੇ ਪਾਸੇ AB ਦਾ ਸਕੁਆਇਰ, AB ਦਾ ਸਕੁਆਇਰ, ਦੈਨ CD ਦਾ ਸਕੁਆਇਰ, CD ਦਾ ਸਕੁਆਇਰ, BC ਦਾ ਸਕੁਆਇਰ, BC ਦਾ ਸਕੁਆਇਰ, DA ਦਾ ਸਕੁਆਇਰ, DA ਦਾ ਸਕੁਆਇਰ। ਦੂਜੇ ਪਾਸੇ ਬਾਕੀ ਜਿਹੜੀ ਇਕੁਏਸ਼ਨਸ ਹੈਗੀਆਂ AO plus OB, देखो AO plus OC ਕੀ ਬਣੇਗਾ, ਇਹ ਸਾਰਿਆਂ ਨੂੰ ਐਡ ਕਰੋਗੇ 2 ਟਾਈਮਸ ਆ ਜਾਏਗਾ। ਇਹਨੂੰ ਮੈਂ ਇਕੱਠੇ ਕਰਕੇ ਲਿਖ ਸਕਦੀ ਹਾਂ 2 times AO ਦਾ ਸਕੁਆਇਰ प्लस CO ਦਾ ਸਕੁਆਇਰ प्लस 2 times 2 कॉमन ले लो BO ਦਾ ਸਕੁਆਇਰ प्लस DO ਦਾ ਸਕੁਆਇਰ। ठीक है जी, ਇਹਨੂੰ ਇਦਾਂ ਕਰਕੇ ਲਿਖ ਸਕਦੇ ਹਾਂ। ਹੁਣ AO ਦਾ ਸਕੁਆਇਰ प्लस OC ਦਾ ਸਕੁਆਇਰ, ਇਹ ਦੋਨੋਂ ਆਪਸ ਦੇ ਵਿੱਚ ਬਰਾਬਰ ਹੈ, ਇਹ ਸਾਈਡ ਇਹਦੇ ਬਰਾਬਰ ਹੈਗੀ ਹੈ, ਇਹ ਲਿਖ ਸਕਦੇ ਹਾਂ। ਹੁਣ ਇਹ ਜਿਹੜਾ ਸਕੁਆਇਰ ਹੈਗਾ, ਠੀਕ ਹੈ, ਇਹ ਇਹਨਾਂ ਦਾ ਸਕੁਆਇਰ ਹੈ, ਇਹਨੂੰ ਆਪਾਂ ਇਦਾਂ ਕਰਕੇ ਲਿਖ ਸਕਦੇ ਹਾਂ CO ਦੀ ਥਾਂ ਤੇ AO ਲਿਖਣਾ, AO ਦਾ ਸਕੁਆਇਰ प्लस AO ਦਾ ਸਕੁਆਇਰ, ਕਿਉਂਕਿ ਆਪਸ ਦੇ ਵਿੱਚ ਬਰਾਬਰ ਹੈ। 2 times BO ਦਾ ਸਕੁਆਇਰ प्लस AB, OB या BO ਦਾ ਸਕੁਆਇਰ ਇੱਕੋ ਗੱਲ ਹੋਗੀ। ਹੁਣ ਦੇਖੋ 2 times AO ਦਾ ਸਕੁਆਇਰ, ਇਹਦਾ ਮਤਲਬ ਕੀ ਹੋ ਗਿਆ 2 multiply 2 times AO ਦਾ ਸਕੁਆਇਰ, ਇਹ ਕਹਿ ਸਕਦੇ ਹਾਂ, प्लस 2 times 2BO ਦਾ ਸਕੁਆਇਰ। ठीक है, ये चीज ये पूरे का स्क्वायर नहीं है, ये स्क्वायर अंदर आएगा, पहला ठीक सी। इनू ऐदा लिख सकते हैं क्योंकि ये 2 टाइम्स हो गया, 2 2 की हो गया 4 AO स्क्वायर प्लस 4 BO स्क्वायर। हुणे जेड़ा 4 हैगा इनू मैं लिख सकती हूं 2 टाइम्स AO दा स्क्वायर अंदर पाके पूरे दा स्क्वायर प्लस 2 टाइम्स BO दा स्क्वायर लिखिया जा सकता है। ये सारी दी सारी जिहड़ी चीज हैगी है AO जे 2 बार लंदी आ तां ओ की बन जाएगा 2 टाइम्स AO, ए ओ नू 2 बार किया ओ AC बन गया। ठीक है ना, 2 टाइम्स OA, एदा 2 गुना की हो गया AC, उमें 2 टाइम्स OB, ओ की हो गया BT, ओही मैं लिखता स्क्वायर उदा दा उदा, हैंस प्रूव हो गया ए वाली जिहड़ी चीज हैगी है ए इहदे बराबर हो गई। आगे हैगा 8th क्वेश्चन, इहदे विच किहा O is the midpoint in the interior of a triangle ABC दे विच कि OD परपेंडिकुलर है BC ते, OE परपेंडिकुलर है AC ते, OF परपेंडिकुलर है AB ते। शो करना है कि शो करना है कि OA, पहला तो इन्हां नूं जोड़ना पएगा, OA इनू जोड़ दिंदे आ पहला, OA दा स्क्वायर प्लस OB दा स्क्वायर प्लस OC दा स्क्वायर माइनस OD दा स्क्वायर यानी ए दा स्क्वायर माइनस OE माइनस ए सारा इज इक्वल टू AF दा स्क्वायर यानी ए चीज AF दा स्क्वायर प्लस BD दा स्क्वायर प्लस CE दा स्क्वायर, ए दे बराबर ये प्रूव करना। देखो
गिवन दे विच जो कुछ दिता होया वो मैं लिखता, परपेंडिकुलर हैगियां ने लाइन्स, ठीक है जी। हुण मैं इनू हटा दिंदी हां। हुण जो आपां प्रूफ करना है, ठीक है, टू प्रूफ में की करना है, जो भी चीज हैगी है वो मैं इत्थे प्रूफ करनी है, वो मैं लिखती है इहदे विच। हुण मैं इहदे विच की कीता है, ये दोनों चीजां प्रूफ करनी है। कंस्ट्रक्शन किवें कीती है, जॉइन कीता है OB OC ते OA, ये हो गया। हुण प्रूफ, हुण जे मैं राइट एंगल ट्रायंगल लै रही हां AFO, ये वाला, ये राइट एंगल ट्रायंगल हैगा, F ते 90 डिग्री दा एंगल हैगा, ते सानू पता है कि OA दा स्क्वायर, ए वाली साइड दा जिहड़ा स्क्वायर हैगा वो किहदे बराबर होएगा, OF दा स्क्वायर प्लस AF दा स्क्वायर दे, पाइथागोरियन थ्योरम। हुण मैं इहदे नाल AF दी वैल्यू कढ लैंदी है, ठीक है, क्योंकि मैनू देखो इत्थे AF चाहिदा है। AF कितना हो जाएगा, OA दा स्क्वायर माइनस OF उधर ले जाओ, ये इक्वेशन बन जाएगी पहली। उवे ही जे मैं ट्रायंगल ले रही हां BDO, ए वाला, ਇਹਦੇ ਵਿੱਚ ਕੀ ਮੈਂ ਕਹਿ ਸਕਦੀ ਹਾਂ, OB ਦਾ ਸਕੁਆਇਰ, ਇਹ ਵਾਲੀ ਸਾਈਡ ਦਾ ਸਕੁਆਇਰ ਇਜ਼ ਇਕੁਅਲ ਟੂ ਇਹਦਾ ਸਕੁਆਇਰ ਪਲਸ ਇਹਦਾ ਸਕੁਆਇਰ, ਉਹੀ ਲਿਖਿਆ। ਹੁਣ ਮੈਨੂੰ ਕੀ ਚਾਹੀਦਾ, BD ਦਾ ਸਕੁਆਇਰ, ਉਹ ਇਹਦੇ ਵਿੱਚੋਂ ਮੈਂ ਕੈਲਕੂਲੇਟ ਕਰ ਲਾਂਗੀ। ਫਿਰ ਮੈਂ ਤੀਜਾ ਟ੍ਰਾਇੰਗਲ ਲੈ ਰਹੀ ਹਾਂ CEO, ਯਾਨੀ ਇਹ ਵਾਲਾ, ਠੀਕ ਹੈ ਜੀ। ਇਹਦੇ ਵਿੱਚ ਵੀ ਮੈਂ CE ਦੀ ਵੈਲਿਊ ਕੱਢ ਸਕਦੀ ਹਾਂ। पहला CE इज इक्वल टू एदा प्लस एदा स्क्वायर कह सकते हैं, नहीं ये 90 डिग्री है, OC दा स्क्वायर इज इक्वल टू एदा स्क्वायर प्लस एदा स्क्वायर, ते उहदे नाल मैं CE दी वैल्यू कट सकदी हां माइनस करके। हुण जद मैं पहली दूजी ते तीजी तीनों इक्वेशंस नू ऐड करदी हां, AF दा स्क्वायर BD दा स्क्वायर CE दा स्क्वायर इज इक्वल टू दूजे पासे सारा कुछ आ गया, दिस प्लस दिस जो भी है साइंस दे नाल, ठीक है जी। हुण मैनू पता है मैं OA प्लस OB प्लस OC माइनस वाले इकट्ठा अलग करता, ठीक है। ਇਹਦੇ ਨਾਲ ਇਹ ਮੇਰਾ ਪਹਿਲਾ ਵਾਲੀ ਚੀਜ਼ ਜਿਹੜੀ ਹੈਗੀ ਹੈ ਜੋ ਕੁਐਸਚਨ ਦੇ ਵਿੱਚ ਪ੍ਰੂਫ ਕਰਨ ਲਈ ਕਿਹਾ ਸੀ, ਉਹ ਮੈਂ ਪ੍ਰੂਫ ਕਰਤਾ ਇਹ ਵਾਲੀ ਚੀਜ਼। ਹੁਣ ਦੂਜੀ ਵਾਲੀ ਚੀਜ਼ ਕਿਵੇਂ ਪ੍ਰੂਫ ਕਰਨੀ ਹੈ, ਹੁਣ ਦੇਖੋ ਇਹਦੇ ਵਿੱਚ ਇਹ ਵਾਲੀ ਜਿਹੜੀ ਚੀਜ਼ ਹੈ ਇਹਨੂੰ ਹੀ ਚੱਕਾਂਗੇ, ਤੇ ਮੈਨੂੰ ਪਤਾ ਹੈ ਇਹਦੇ ਵਿੱਚ ਜੇ ਮੈਂ ਇਹਨਾਂ ਨੂੰ ਇਕੱਠਾ ਕਰ ਦਿੰਨੀ ਆ, OA ਦਾ ਸਕੁਆਇਰ ਮਾਈਨਸ ਕਰ ਦਿੰਨੀ ਆ OE ਦਾ ਸਕੁਆਇਰ, ठीक है, प्लस उवे ही OC दा स्क्वायर माइनस OD दा स्क्वायर कर दिंदी हां, प्लस इन्हां दोनां नूं इकट्ठा कर दिंदी हां, तां OA स्क्वायर माइनस OE दा स्क्वायर, OA माइनस OE, इहदे विच ट्रायंगल विच जांदे हां, OA माइनस OE दा स्क्वायर, वो किहदे बराबर आ जाएगा साडे कोल, OE दा स्क्वायर माइनस जे करांगे एक कितना है ना माइनस OA माइनस OE का स्क्वायर बराबर आ जाएगा थोड़े को AE दे स्क्वायर दे, ए स्क्वायर दे, ओही प्रूफ करना सी। उवे ही दूजिया नु सॉल्व करोगे, ए आ जाएगा CD दा स्क्वायर इज इक्वल टू OC स्क्वायर माइनस OD स्क्वायर, उवे BF दा स्क्वायर इज इक्वल टू ए वाली चीज आ जाएगी थोड़े को, हैंस दूजा पार्ट भी प्रूफ हो गया, दे बराबर आ गया, ईजी। आगे है 9th क्वेश्चन, लेडर 10 मीटर लॉन्ग रीचेज अ विंडो 8 मीटर अबव द ग्राउंड। ऐदा करके ट्रायंगल बनेगा ABC, ए लैडर हैगी है CD 10 मीटर, विंडो 8 मीटर उच्ची हैगी है। फाइंड द डिस्टेंस बिटवीन द फुट ऑफ द लैडर CD तो लेके बेस ऑफ द वॉल, ए डिस्टेंस काटना है, सिंपल। हाइट ऑफ द विंडो AB में 8 मीटर लेती है, लेंथ ऑफ लैडर 10 मीटर, डिस्टेंस जेड़ा हैगा ए काटना है। ट्रायंगल ABC ले लो, पाइथागोरियन थ्योरम, ए दा स्क्वायर AC दा स्क्वायर इज इक्वल टू एदा प्लस एदा स्क्वायर, ए मैनू दिता है 8 दा स्क्वायर प्लस BC दा स्क्वायर इज इक्वल टू 10 दा स्क्वायर, ए आ गया 64 प्लस BC दा स्क्वायर इज इक्वल टू 100, 64 उधर ले जाओ, 100 माइनस 64, BC इज इक्वल टू अंडर रूट ऑफ 36, BC दी वैल्यू आ गई 6 सेंटीमीटर, पूरा लिखना है इनदे विच। डिस्टेंस बिटवीन द फुट ऑफ द लैडर एंड फुट ऑफ द वॉल है 6 सेंटीमीटर, वरना नंबर कट्टे जाएंगे। आगे है 10th क्वेश्चन, अ गाय वायर अटैच टू अ वर्टिकल पोल ऑफ हाइट 18 मीटर, इदा करके पोल है, ठीक है, उन्हें एक वायर लटकाई है, 18 मीटर की हाइट हैगी, ट्रायंगल ले लो ABC, इज 24 मीटर लॉन्ग and has a stake attached to the other end, ये जड़ी है 24 मीटर लंबी हैगी है। AC वायर ले लो, AB हाइट ऑफ द पोल ले लो, how far from the base of the pole should the stake be
driven so that the wire will be a taut. इदा टेढ़ी जा रही है, ये डिस्टेंस काटना है, वही सेम चीज. राइट एंगल ट्राइंगल एबीसी, ए दा स्क्वायर इज इक्वल टू ए दा स्क्वायर प्लस ए दा स्क्वायर. 24 दा स्क्वायर इज इक्वल टू 18 स्क्वायर प्लस बीसी दा स्क्वायर. 18 दा स्क्वायर 324, ए दा ए माइनस करोगे, अंडर रूट ऑफ 252 आ जाएगा. ए किदे बराबर है 36 मल्टीप्लाइड बाय 7 दे. 36 किदा स्क्वायर है 6 बाहर आ गया, अंडर रूट 7 इदा दा इदा. आंसर हमेशा मीटर दे विच देना है, जे इदा नहीं दोगे फिर नंबर कटिया जाएगा. ते एंड दे विच तुसी ये लिखना है distance between the base of the A should be equal to कितना आना चाहिए 6√7 मीटर. आगे है 11वां क्वेश्चन. An aeroplane leaves an airport and flies due north at the speed of 1000 किलोमीटर पर आवर. ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਇਦਾਂ ਕਰਦੇ ਹਾਂ, ਇਦਾਂ ਕਰਕੇ ਗ੍ਰਾਫ ਡਰਾ ਕਰ ਲਓ. ਠੀਕ ਹੈ, ਹੁਣ ਇਹ ਜਿਹੜਾ ਐਰੋਪਲੇਨ ਹੈਗਾ ਕਿੱਥੋਂ ਕਿੱਥੇ ਤੱਕ ਨਿਕਲਿਆ ਤੇ ਕਿਹੜੀ ਸਪੀਡ ਸੀ ਉਹ ਆਪਾਂ ਦੇਖ ਲੈਂਦੇ ਹਾਂ. ਦੇਖੋ ਇਹਨੂੰ ਮੈਂ ਇਧਰਲੇ ਪਾਸੇ ਕਿਤੇ ਡਰਾ ਕਰਾਂਗੀ ਇਦਾਂ ਕਰਕੇ, ਤੇ ਹੁਣ ਮੈਂ ਇਹ ਪੁਆਇੰਟਸ ਜਿਹੜੇ ਨੇ ਉਹਨਾਂ ਨੂੰ ਮਾਰਕ ਕਰਾਂਗੀ. ਇਹ ਲੈ ਲਓ N, ਇਹ ਲੈ ਲਓ A, O, B, W ਵੈਸਟ, ਈਸਟ ਤੇ ਇਹ ਆ ਗਿਆ ਸਾਊਥ. ਇਹ ਨਾਰਥ, ਸਾਊਥ, ਵੈਸਟ ਤੇ ਈਸਟ ਆ ਗਿਆ. ਠੀਕ ਹੈ, उन्होंने क्वेश्चन दे विच ये है एरोप्लेन लीव्स द एयरपोर्ट एंड फ्लाइज नॉर्थ, नॉर्थ वाल गया. ठीक है, ਜਿਹੜੀ ਇਹਦੀ ਸਪੀਡ ਸੀਗੀ ਉਹ ਕਿੰਨੀ ਸਪੀਡ ਹੈਗੀ ਹੈ 1000 ਕਿਲੋਮੀਟਰ ਪਰ ਆਰ ਦੀ ਜਿਹੜੀ ਸਪੀਡ ਹੈਗੀ ਹੈ ਉਹਦੇ ਨਾਲ ਇਹ ਨਾਰਥ ਵੱਲ ਗਿਆ. ਐਟ ਦ ਸੇਮ ਟਾਈਮ ਅਨਦਰ ਐਰੋਪਲੇਨ ਲੀਵਸ ਦ ਸੇਮ 에ਅਰਪੋਰਟ ਐਂਡ ਫਲਾਈਜ਼ ਡਿਊ ਵੈਸਟ, ਉਹ ਜਾਂਦਾ ਹੈ ਵੈਸਟ ਵੱਲ ਐਟ ਦ ਸਪੀਡ ਆਫ 1200 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ. ਦੂਜੇ ਵਾਲੇ ਦੀ ਇਹ ਵਾਲੀ ਸਪੀਡ ਹੈਗੀ ਹੈ. ਠੀਕ ਹੈ, how far apart will the two airplanes be? 1.5 ਘੰਟੇ ਬਾਅਦ ਕਿੰਨੀ ਦੂਰ ਹੋਣਗੇ? ਇੱਕ ਜਾਂਦਾ ਹੈ ਨਾਰਥ ਵੱਲ, ਦੂਜਾ ਜਾਂਦਾ ਹੈ ਆਪਾਂ ਇਹ ਕਹਿ ਸਕਦੇ ਹਾਂ ਵੈਸਟ ਵੱਲ, ਤੇ ਕਿੰਨੀ ਦੂਰ ਹੋਣਗੇ? ਦੇਖੋ ਇੱਥੇ ਮੈਂ ਲਿਖਿਆ ਡਿਸਟੈਂਸ ਕਵਰਡ ਬਾय ਫਰਸਟ 에ਅਰੋਪਲੇਨ ਡਿਊ ਨਾਰਥ ਇਜ਼ 1.5 ਆਵਰਸ ਅੱਗੇ. ਠੀਕ ਹੈ, ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਡਿਸਟੈਂਸ ਕੀ ਹੁੰਦਾ ਸਪੀਡ ਇਨਟੂ ਟਾਈਮ. ਸਪੀਡ ਕਿੰਨੀ ਹੈ ਪਹਿਲੇ ਵਾਲੇ ਦੀ 1000 ਮਲਟੀਪਲਾਈਡ ਬਾय 1/2 ਕਿੰਨਾ ਹੋ ਗਿਆ 2 1 2 + 1 3 3/2. ਇਹਦੀ ਕਟਿੰਗ ਕਰੋਗੇ ਇਹ ਆ ਗਿਆ 500, 500 ਮਲਟੀਪਲਾਈਡ ਬਾय 3 1500 ਕਿਲੋਮੀਟਰ. ਉਹ ਇਹ ਜਿਹੜਾ ਹੈਗਾ ਉਹ ਆਪਾਂ ਇਹ ਕਹਿ ਸਕਦੇ ਹਾਂ ਉਹ ਆ ਗਿਆ ਸਾਡਾ ਇਹਦੇ ਵਿੱਚ 1500 ਕਿਲੋਮੀਟਰ. ਠੀਕ ਹੈ, ਦੂਜੇ ਵਾਲੀ ਦੀ ਸਪੀਡ ਕਿੰਨੀ ਹੈ ਉਹ ਹੈਗੀ ਹੈ 1200 ਕਿਲੋਮੀਟਰ ਪਰ ਆਰ. ਡਿਸਟੈਂਸ ਕਿੰਨਾ ਹੋ ਗਿਆ 1/2 ਸਪੀਡ ਮਲਟੀਪਲਾਈਡ ਬਾय ਟਾਈਮ. ਦੂਜੇ ਵਾਲਾ ਇਹ 에ਅਰਪੋਰਟ ਹੈ ਨਾ, ਇੱਕ ਨਾਰਥ ਵੱਲ ਗਿਆ ਇੱਕ ਵੈਸਟ ਵੱਲ ਗਿਆ, ਇਹ ਆ ਗਿਆ 1800 ਕਿਲੋਮੀਟਰ. ठीक है जी, हुणे पाइथागोरियन थ्योरम दे नाल ये वाला ट्रायंगल सॉल्व कर लोगे. इनू जब तुसी सॉल्व करोगे ए बी दी वैल्यू आ जाएगी 300√61 किलोमीटर, यानी दो जेडे हैगे ने इन्ने डिस्टेंस ते दूर हैगे ने. पहला तुसी दोनों दा डिस्टेंस कैलकुलेट करोगे एयरपोर्ट तो, एक नॉर्थ वाल गया एक गया वैस्ट वाल, फिर आपस दे विच किन्ने दूर हैगे ने वो वाली चीज आपां कैलकुलेट कर लांगे. अगे दिता है 12th क्वेश्चन. टू पोल्स ऑफ हाइट 6 एंड 11 मीटर स्टैंड ऑन अ प्लेन ग्राउंड. एक 6 है एक 11 मीटर है. इदा करते हैं इनू ड्रॉ करांगे ते कुछ यह जिहा बनेगा. जब तुसी पूरा क्वेश्चन रीड करोगे ना तो मैं थोनों दसदी हां इदां दी कुछ बनेगा. ते इहदे उत्ते एक लाइन इदां जाएगी ते एक लाइन इदां जाएगी. हुण की बनेगा देखो ये वाला जिहड़ा हैगा ये हैगा 6 मीटर ते दूजे पासे हैगा ये पूरा 11 मीटर. ये दिता होया इनू नाम दे दो ए ई बी, ए ले लो डी ते ए ले लो सी, यानी ए कितना हो गया ये भी 6 मीटर हो गया. तो उन्होंने ये दसिया है वी द डिस्टेंस बिटवीन द फीट ऑफ द पोल, ये 12 मीटर है. जी 12 मीटर है, इतने भी 12 मीटर होएगा डिस्टेंस प्रॉपर. ठीक है, तो इन्होंने कहा है फाइंड द डिस्टेंस बिटवीन देयर टॉप, यानी इत्थों लैके इत्थे तक का जो डिस्टेंस है ये वाली चीज़ ये कैलकुलेट करनी, जिदे करके ये जो फिगर बनेगा. तो इत्थे मैं लिखी है हाइट ऑफ द पोल ए बी 11 मीटर है, सी डी 6 मीटर है, डिस्टेंस बिटवीन देयर फुट ए 12 मीटर है. हुण सी तो जे आप ड्रॉ करते हैं सी ई जी हैगी आ ये वाली लाइन इदा करके मैं परपेंडिकुलर ड्रॉ की है, यानी ये 90 ये भी 90
ए ड्रॉ करता, ਜਿਹਦੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਵੀ BE ਜਿਹੜੀ ਹੈਗੀ ਹੈ ਇਹ ਵਾਲੀ ਸਾਈਡ ਇਹ ਇਹਦੇ ਬਰਾਬਰ ਹੋ ਜਾਏਗੀ। परपेंडिकुलर ड्रॉ किया ए वाली साइड ਇਹਦੀ मतलब ये 6 मीटर ये भी 6 मीटर हो गया, हैंस प्रूव्ड। AE कितनी हैगी आ AE ए है AE है AE की हो जाएगा पूरे विचों 11 विचों 6 माइनस कर दो, ये आ गया 5 मीटर, वही मैं लिखे। CE भी BD ਦੇ ਬਰਾਬਰ 12 मीटर हो गया। ਹੁਣ ਜਿਹੜਾ ਰਾਈਟ ਐਂਗਲ ਟ੍ਰਾਇੰਗਲ ਹੈਗਾ AEC ਇਹਦੇ ਵਿੱਚ AC ਦਾ ਸਕੁਆਇਰ ਇਜ਼ ਇਕੁਅਲ ਟੂ AE ਦਾ ਸਕੁਆਇਰ ਪਲੱਸ CE ਦਾ ਸਕੁਆਇਰ, ठीक है ना, या EC ਦਾ ਸਕੁਆਇਰ। ਚਲੋ ਇੱਥੇ ਮੈਂ ਉਹੀ ਲਿਖਿਆ AC ਦਾ ਸਕੁਆਇਰ ਉਹ ਸਾਨੂੰ ਪਤਾ ਨਹੀਂ ਹੈ, ਇਹ ਹੈਗਾ ਇੱਕ ਹੈਗੀ ਹੈ 5 ਇੱਕ ਹੈਗਾ 12, 5 ਦਾ ਸਕੁਆਇਰ 25 12 ਦਾ ਸਕੁਆਇਰ 144, ਇਹ ਆ ਗਿਆ ਅੰਡਰ ਰੂਟ ਆਫ 169, ਇਹ ਆ ਗਿਆ ਦੋਨਾਂ ਵਿੱਚ ਜਿਹੜਾ ਡਿਸਟੈਂਸ ਹੈਗਾ ਮੀਟਰ ਦੇ ਵਿੱਚ ਦੇਣਾ ਆਨਸਰ, ਇਹ ਸਾਡੇ ਕੋਲ ਆਨਸਰ ਆ ਗਿਆ। ਅੱਗੇ ਹੈਗਾ 13ਵਾਂ ਕੁਐਸਚਨ, ਇਹਦੇ ਵਿੱਚ ਕਿਹਾ ਗਿਆ D and E are points on the side CA and CB। ਸਭ ਤੋਂ ਪਹਿਲਾਂ ਆਪਾਂ ਇਦਾਂ ਕਰਦੇ ਹਾਂ, ਇੱਥੇ ਇੱਕ ਟ੍ਰਾਇੰਗਲ ਡਰਾ ਕਰਦੇ ਹਾਂ, ਇੱਕ ਦੂਜੀ ਸਾਈਡ ਆ ਲੈ ਲਓ ਤੀਜੀ ਸਾਈਡ, ਤੇ ਉਹਨਾਂ ਨੇ ਕਿਹਾ D and E ਇਹਦੇ ਤੇ ਪੁਆਇੰਟਸ ਹੈਗੇ ਨੇ। ਪਹਿਲਾਂ ਸਾਈਡਸ ਦਾ ਨਾਮ ਦੇ ਦਿੰਦੇ ਆ A B ਤੇ C। ਹੁਣ ਇਹਨਾਂ ਨੇ ਕਿਹਾ ਮਿਡ ਪੁਆਇੰਟਸ ਹੈਗੇ ਨੇ, ਕਿਤੇ ਨਾ ਕਿਤੇ ਡਰਾ ਕੀਤਾ, ਇੱਕ AE ਕਰਕੇ ਹੈਗਾ, ਇੱਕ ਹੈਗਾ ਇੱਥੋਂ ਲੈ ਕੇ BE ਤੇ ਇੱਕ ਹੈਗਾ ਇਹਨਾਂ ਦੋਨਾਂ ਨੂੰ ਜੁਆਇਨ ਕਰਦਾ ਇਦਾਂ ਪੁਆਇੰਟ। ਹੁਣ ਦੇਖੋ ਮੈਚ ਕਰਕੇ D and E, D ਹੈਗਾ ਇੱਥੇ, ਸੌਰੀ AD ਆ ਗਿਆ ਤੇ ਇਹ ਹੈਗਾ E ਰਿਸਪੈਕਟਿਵਲੀ ਆਫ ਰਾਈਟ ਐਂਗਲ ਟ੍ਰਾਇੰਗਲ ABC ਦੇ ਉੱਤੇ, ਠੀਕ ਹੈ ਜੀ। ਰਾਈਟ ਐਂਗਲ ਐਟ CA, C ਤੇ 90 ਡਿਗਰੀ ਦਾ ਐਂਗਲ ਬਣ ਗਿਆ। ਆਪਾਂ ਪ੍ਰੂਫ ਕਰਨਾ ਹੈ ਕਿ AE ਇਹ ਵਾਲੀ ਜਿਹੜੀ ਲਾਈਨ ਹੈ ਇਹਦਾ ਸਕੁਆਇਰ ਪਲੱਸ BD ਇਹਦਾ ਸਕੁਆਇਰ ਇਜ਼ ਇਕੁਅਲ ਟੂ ਕਿਹਦੇ ਬਰਾਬਰ ਹੈਗਾ AB ਦਾ ਸਕੁਆਇਰ ਪਲੱਸ DE ਇਹਨਾਂ ਦੋਨਾਂ ਦੇ ਸਕੁਆਇਰ ਦੇ ਬਰਾਬਰ ਹੈਗਾ। ਇਹ ਚੀਜ਼ ਪ੍ਰੂਫ ਕਰਨੀ ਹੈ। ਹੁਣ ਮੈਂ ਉਹੀ ਇੱਥੇ ਲਿਖਿਆ, ਦੇਖੋ ਗਿਵਨ ਕੀ ਹੈਗਾ ਉਹ ਲਿਖਤਾ, D and E ਮਿਡ ਪੁਆਇੰਟਸ ਉਹ ਲਿਖਤਾ, ਜੋ ਪ੍ਰੂਫ ਕਰਨਾ ਉਹ ਲਿਖਤਾ। ਹੁਣ ਪ੍ਰੂਫ ਦੇ ਵਿੱਚ ਮੈਨੂੰ ਪਤਾ ਹੈ ਇਹ ਰਾਈਟ ਐਂਗਲ ਟ੍ਰਾਇੰਗਲ ਹੈਗਾ BCA, ਇਹਦੇ ਵਿੱਚ AB ਦਾ ਸਕੁਆਇਰ ਇਜ਼ ਇਕੁਅਲ ਟੂ ਇਹ ਪੂਰੀ ਸਾਈਡ ਦਾ ਸਕੁਆਇਰ ਪਲੱਸ AD ਦਾ AC ਦਾ ਸਕੁਆਇਰ। ਉਵੇਂ ਹੀ ਜੇ ਮੈਂ ਟ੍ਰਾਇੰਗਲ ਲੈ ਰਹੀ ਹਾਂ C ਜਾਂ ECD ਇਹ ਵਾਲਾ ਛੋਟੇ ਵਾਲਾ, ਠੀਕ ਹੈ, ਇਹਦੇ ਵਿੱਚ ਵੀ ਮੈਨੂੰ ਪਤਾ ਹੈ DE ਦਾ ਸਕੁਆਇਰ ਕਿਹਦੇ ਬਰਾਬਰ ਹੋ ਜਾਏਗਾ EC ਦਾ ਸਕੁਆਇਰ ਪਲੱਸ DC ਦਾ ਸਕੁਆਇਰ, ਠੀਕ ਹੈ ਨਾ। ਮੈਂ ਕਿਉਂ ਇਦਾਂ ਦੀ ਲੈ ਰਹੀ ਹਾਂ ਕਿਉਂਕਿ ਇੱਥੇ ਦੇਖੋ ਇਹ ਜੇ ਤੁਸੀਂ ਧਿਆਨ ਨਾਲ ਦੇਖੋਗੇ ਇੱਕ ਮੇਰੇ ਕੋਲ ਆ ਗਿਆ ਇੱਥੇ AB ਜੋ ਮੈਨੂੰ ਚਾਹੀਦਾ ਸੀ, ਇਹ ਵਾਲਾ AB ਆ ਗਿਆ, ਇੱਥੋਂ AB ਦਾ ਸਕੁਆਇਰ, ਦੂਜਾ ਮੈਂ ਕੱਢ ਰਹੀ ਹਾਂ DE ਦਾ ਸਕੁਆਇਰ, ਇਸ ਇਕੁਏਸ਼ਨ ਤੋਂ DE ਦਾ ਸਕੁਆਇਰ ਆ ਗਿਆ। ਹੁਣ ਜੇ ਮੈਂ ਰਾਈਟ ਐਂਗਲ ਟ੍ਰਾਇੰਗਲ ਲੈ ਰਹੀ ਹਾਂ ACE ਇਹ ਵਾਲਾ, ठीक है, ACE ਦੇ ਵਿੱਚ ਮੈਨੂੰ ਪਤਾ ਹੈ AE ਦਾ ਸਕੁਆਇਰ ਇਜ਼ ਇਕੁਅਲ ਟੂ AC ਪਲੱਸ CE ਦਾ ਸਕੁਆਇਰ, ਇਹ ਤੀਜੀ ਇਕੁਏਸ਼ਨ। ਤੇ ਜੇ ਮੈਂ BCD ਲੈ ਰਹੀ ਹਾਂ यानी केड़े वाला आ गया BCD ए वाला, ये चौथा, सारे C ते जेड़े बन रहे ने, ठीक है। ਉਹਦੇ ਵਿੱਚ BD ਦਾ ਸਕੁਆਇਰ ਇਜ਼ ਇਕੁਅਲ ਟੂ BC ਪਲੱਸ CD ਦਾ ਸਕੁਆਇਰ। ਹੁਣ ਮੈਂ ਕੀ ਕਰ ਰਹੀ ਹਾਂ, ਪਹਿਲਾਂ ਮੈਂ ਥਰਡ ਤੇ ਫੋਰਥ ਇਕੁਏਸ਼ਨ ਨੂੰ ਐਡ ਕਰਾਂਗੀ, AE ਦਾ ਸਕੁਆਇਰ ਪਲੱਸ BD ਦਾ ਸਕੁਆਇਰ ਇਜ਼ ਇਕੁਅਲ ਟੂ ਇਧਰਲੀ ਸਾਈਡ AC ਦਾ ਸਕੁਆਇਰ ਪਲੱਸ CE, BC ਦਾ ਸਕੁਆਇਰ ਪਲੱਸ CD ਦਾ ਸਕੁਆਇਰ, ਇਹ ਚੀਜ਼। ਹੁਣ ਦੇਖੋ AC ਪਲੱਸ CB ਦਾ ਸਕੁਆਇਰ यानी AC ਦਾ ਸਕੁਆਇਰ, ਇੱਕ ਇਹ ਚੀਜ਼ ਆ ਗਈ ਮੇਰੇ ਕੋਲ, ਠੀਕ ਹੈ। ਦੂਜਾ CB यानी ਇਹ ਪੂਰੀ ਚੀਜ਼ ਇਹ ਵਾਲਾ, ਇਹਦਾ ਸਕੁਆਇਰ ਕਿਹਦੇ ਬਰਾਬਰ ਹੋਏਗਾ AB ਦੇ ਸਕੁਆਇਰ ਦੇ ਬਰਾਬਰ ਹੋਏਗਾ, ਉਹ ਮੈਂ ਲਿਖਤਾ ਇਹ ਪੂਰੀ ਚੀਜ਼ AB ਦੇ ਸਕੁਆਇਰ ਦੇ ਬਰਾਬਰ। ਉਵੇਂ ਹੀ ਦੂਜੇ ਪਾਸੇ ਜੇ CE ਪਲੱਸ DC ਕਰਦੇ ਆ यानी CE ਪਲੱਸ ਇਹਦੇ ਵਿੱਚ ਆ ਰਿਹਾ CD, ਇਹ ਕਿਹਦੇ ਬਰਾਬਰ ਹੋਏਗਾ DE ਦੇ ਸਕੁਆਇਰ ਦੇ ਬਰਾਬਰ ਹੋਏਗਾ, ਉਹੀ ਮੈਂ ਇੱਥੇ ਲਿਖਿਆ DE ਦਾ ਸਕੁਆਇਰ, ਠੀਕ ਹੈ ਨਾ। ਇਹ ਪਹਿਲੀ ਤੇ ਦੂਜੀ ਇਕੁਏਸ਼ਨ ਦੇ ਵਿੱਚੋਂ ਵੀ ਤੁਸੀਂ ਕੱਢ ਸਕਦੇ ਹੋ, ਇਹ ਆਪਸ ਦੇ ਵਿੱਚ ਹੈਗੇ ਨੇ। ਤੇ ਫਿਰ ਆਪਾਂ ਇਹ ਕਹਿ ਸਕਦੇ ਹਾਂ ਇਹਦੇ ਵਿੱਚ ਜਿਹੜੀ ਸਾਨੂੰ ਚੀਜ਼ ਚਾਹੀਦੀ ਹੈ, ਜੋ ਵੀ ਆਪਾਂ ਨੂੰ ਪ੍ਰੂਫ ਕਰਨ ਦੇ ਲਈ ਕਿਹਾ, ਉਹ ਕੀ ਕਿਹਾ ਆ ਦੇਖੋ AE ਦਾ ਸਕੁਆਇਰ ਇੱਥੇ ਮਿਸ ਹੋ ਗਿਆ, ਇੱਥੇ ਆ ਜਾਏਗਾ AE ਦਾ ਸਕੁਆਇਰ
प्लस BD ਦਾ ਸਕੁਆਇਰ ਇਜ਼ ਇਕੁਅਲ ਟੂ AB ਦਾ ਸਕੁਆਇਰ प्लस DE ਦਾ ਸਕੁਆਇਰ। ਇਹ ਆਪਾਂ ਕੀ ਕਰਤਾ, ਹੈਂਸ ਪ੍ਰੂਵਡ। ਅੱਗੇ ਹੈਗਾ 14th ਕੁਐਸਚਨ। ਇਹਦੇ ਵਿੱਚ ਇਹ ਦਿੱਤਾ ਹੋਇਆ ਆ, ਤੁਸੀਂ ਦੇਖ ਰਹੇ ਹੋ ਇਹ ਫਿਗਰ ਹੈਗੀ ਆ ਪਰਪੈਂਡੀਕੂਲਰ ਫਰੋਮ A ਤੋਂ ਪਰਪੈਂਡੀਕੂਲਰ ਮਤਲਬ 90 ਡਿਗਰੀ ਦਾ ਐਂਗਲ ਔਨ ਸਾਈਡ BC ਆਫ ਅ ਟ੍ਰਾਇੰਗਲ ABC ਇੰਟਰਸੈਕਟ ਕਰਦੀ ਹੈ BC ਨੂੰ D ਤੇ ਮਿਲਦੀ ਹੈ। किस तरीके नाल मिलती है कि जेड़ा BD हैगा वो 3 गुना हैगा CD दे, ये 3 टाइम्स हैगा इस चीज दे, इन्नी दे। ठीक है, प्रूफ करना है कि AB दा जेड़ा स्क्वायर हैगा एदा स्क्वायर इक्वल टू 2 टाइम्स या 2 टाइम्स AB दा स्क्वायर इज इक्वल टू 2 टाइम्स AC दा स्क्वायर प्लस BC दा स्क्वायर, एदे बराबर ये चीज जेड़ी हैगी है प्रूफ करनी है। सब तो पहला मैं लिखता जो सानू गिवन हैगा। ठीक है, ये सारी चीज गिवन हैगी है, टू प्रूफ जो करना है वो भी मैं लिखता। हुण ਇੱਥੇ ਆ ਜਾਂਦਾ ਜੀ ਮੇਰਾ ਪ੍ਰੂਫ। ਹੁਣ ਤੁਸੀਂ ਦੇਖੋਗੇ ਪ੍ਰੂਫ ਦੇ ਵਿੱਚ ਜੇ ਮੈਂ ਰਾਈਟ ਐਂਗਲ ਟ੍ਰਾਇੰਗਲ ਲੈ ਰਹੀ ਹਾਂ, ਦੋ ਹੈਗੇ ਨੇ, ਇੱਕ ਹੈਗਾ ADB ਇਹ ਵਾਲਾ, ਠੀਕ ਹੈ, ਤੇ ਦੂਜਾ ਵਾਲਾ ਹੈਗਾ AD ਤੇ C। ਹੁਣ ਇਹਦੇ ਵਿੱਚ ਜੇ ਤੁਸੀਂ ਦੇਖ ਰਹੇ ਹੋ AB ਦਾ ਸਕੁਆਇਰ, A ਸਾਈਡ ਦਾ ਸਕੁਆਇਰ ਇਜ਼ ਇਕੁਅਲ ਟੂ AD ਪਲਸ BD, ਉਵੇਂ ਹੀ AC ਦਾ ਸਕੁਆਇਰ ਇਜ਼ ਇਕੁਅਲ ਟੂ AD ਇਹ ਵਾਲਾ ਪਲਸ DC ਦਾ ਸਕੁਆਇਰ। ਹੁਣ ਦੋਨਾਂ ਨੂੰ ਮਾਈਨਸ ਕਰਨਾ ਹੈ, 1 ਤੇ 2। इक्वेशन 1 माइनस इक्वेशन नंबर 2, AB दा स्क्वायर माइनस AC दा स्क्वायर इज इक्वल टू ये आ गया AD दा स्क्वायर प्लस BD दा स्क्वायर माइनस AD दा स्क्वायर माइनस DC दा स्क्वायर। ये दोनों कैंसल हो गए, की बच गया BD दा स्क्वायर माइनस DC दा स्क्वायर बच गया ਇਹਦੇ ਵਿੱਚ। ਹੁਣ ਮੈਨੂੰ ਦਿੱਤਾ ਹੋਇਆ ਆ ਦੇਖੋ DB ਕਿੰਨਾ 3 टाइम्स CD, DB ਦੀ ਥਾਂ ਤੇ ਜੇ ਮੈਂ 3 टाइम्स ਇੱਥੇ ਲਿਖ ਦਿੰਦੀ ਹਾਂ CD ਦਾ ਸਕੁਆਇਰ ਮਾਈਨਸ CD या DC ਇੱਕੋ ਗੱਲ ਹੈ। 3 ਦਾ ਸਕੁਆਇਰ ਕੀ ਹੋ ਗਿਆ 9 ਟਾਈਮਸ CD ਦਾ ਸਕੁਆਇਰ ਮਾਈਨਸ CD ਦਾ ਸਕੁਆਇਰ, 9 ਦੇ ਵਿੱਚੋਂ ਇੱਕ ਗਏ 8 ਟਾਈਮਸ CD ਦਾ ਸਕੁਆਇਰ ਆ ਗਿਆ। ਠੀਕ ਹੈ, ਹੁਣ ਮੈਨੂੰ ਇਹ ਪਤਾ ਹੈ ਕਿ ਜਿਹੜੀ ਮੇਰੇ ਕੋਲ ਇੱਥੇ ਇਹ ਧਿਆਨ ਨਾਲ ਦੇਖਿਓ ਇਕੁਏਸ਼ਨ ਦੇ ਵਿੱਚ ਕਿਵੇਂ ਚੇਂਜ ਆ ਰਿਹਾ, ਇੱਥੋਂ ਮੈਂ ਇੱਥੇ ਕਿਵੇਂ ਪਹੁੰਚ ਰਹੀ ਹਾਂ। ਜਿਹੜਾ BC ਹੈਗਾ ਇਹ ਵਾਲੀ ਚੀਜ਼ ਹੈਗੀ ਹੈ BC ਪੂਰੀ ਦੀ ਪੂਰੀ, ਉਹ ਕਿਵੇਂ ਬਣ ਰਹੀ ਹੈ ਦਿਸ ਪਲਸ ਦਿਸ ਕਰਕੇ। ਠੀਕ ਹੈ, ਇਹ ਕਿੰਨਾ ਹੈਗਾ ਜਿਹੜਾ CD ਹੈਗਾ ਇਹ ਕਿੰਨਾ 3 टाइम्स CD, ਇਹ 3 प्लस 1 ਇਹ ਕਿੰਨਾ ਹੋ ਗਿਆ 4 टाइम्स CD ਹੋ ਗਿਆ BC ਦੀ ਵੈਲਿਊ। ਇਹਨੂੰ ਮੈਂ ਲਿਖ ਸਕਦੀ ਹਾਂ ਜੇ ਮੈਂ CD ਨੂੰ ਲਿਖਣਾ ਹੈ, ਜੇ BC is equal to 4 टाइम्स CD ਤਾਂ ਆਪਾਂ ਇਹ ਕਹਿ ਸਕਦੇ ਹਾਂ CD ਦੀ ਵੈਲਿਊ ਕੀ ਹੋਗੀ 1/4 BC, 4 ਥੱਲੇ ਚਲਾ ਗਿਆ, ਉਹੀ ਮੈਂ ਲਿਖਿਆ। ਇੱਥੇ ਮੈਂ ਵੈਲਿਊ ਪੁੱਟ ਕਰਤੀ BC ਬਟਾ 4 ਆ ਗਿਆ ਉਹਦਾ ਹੋਲ ਦਾ ਸਕੁਆਇਰ, ਇਦਾਂ ਲਿਖਤਾ। ਹੁਣ ਦੇਖੋ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਥੋਂ ਸਟਾਰਟ ਕੀਤਾ ਸੀ AB ਦਾ ਸਕੁਆਇਰ ਮਾਈਨਸ AC ਦਾ ਸਕੁਆਇਰ ਇਜ਼ ਇਕੁਅਲ ਟੂ 8 ਮਲਟੀਪਲਾਈਡ ਬਾਈ BC ਦਾ ਸਕੁਆਇਰ ਬਟਾ 4 ਮਲਟੀਪਲਾਈਡ ਬਾਈ 4, 4 1s are 4, 4 2s are 8, 2 1s are 2, 2 2s are 4, ਇਹ ਆ ਗਿਆ B ਸਕੁਆਇਰ ਬਟਾ 2। ਠੀਕ ਹੈ, ਹੁਣ ਇਹ 2 ਅੱਧਰਲੇ ਪਾਸੇ ਚਲਾ ਜਾਏਗਾ, पूरे ਦੇ ਨਾਲ ਮਲਟੀਪਲਾਈ ਹੋ ਗਿਆ ਇਜ਼ ਇਕੁਅਲ ਟੂ BC ਦਾ ਸਕੁਆਇਰ, ਖੋਲ ਦੋਗੇ 2 टाइम्स AB ਦਾ ਸਕੁਆਇਰ ਮਾਈਨਸ 2 टाइम्स AC ਦਾ ਸਕੁਆਇਰ ਇਜ਼ ਇਕੁਅਲ ਟੂ ਇਹ। ਹੁਣ AB ਦਾ ਸਕੁਆਇਰ ਕੀ ਹੋਏਗਾ, ਇਹਨੂੰ ਇੱਧਰ ਲੈ ਜਾਓ, ਇਹ ਪਲੱਸ ਦਾ ਹੋ ਜਾਏਗਾ। ਇਹ ਆ ਗਿਆ ਜੋ ਆਪਾਂ ਪ੍ਰੂਫ ਕਰਨਾ ਸੀ। ਇਹ ਹੈਗਾ 15ਵਾਂ ਕੁਐਸਚਨ ਇੱਥੇ ਬਣਾਇਆ ਹੋਇਆ ਇਕੁਇਲੇਟਰਲ ਟ੍ਰਾਇੰਗਲ ਬਣਾਉਣ ਲਈ ਕਿਹਾ। ਆ ਲਓ ਜੀ ਇਕੁਇਲੇਟਰਲ ਟ੍ਰਾਇੰਗਲ ਬਣਾਤਾ ABC, ਨਾਮ ਦੇ ਦਿੱਤਾ A B ਤੇ C। D is a point on side BC, यानी एक लाइन ड्रॉ करते हैं, ਇਹਦੇ ਤੇ ਪੁਆਇੰਟ ਹੈਗਾ D such that ਇਹ ਜਿਹੜਾ BD ਹੈਗਾ is equal to 1/3 ਹੈਗਾ ਪੂਰੇ ਦੇ, 1/3 ਪੂਰਾ ਦਾ। प्रूफ करना है AD ਦਾ ਸਕੁਆਇਰ 9 टाइम्स AD ਦਾ ਸਕੁਆਇਰ यानी ਇਹਦਾ 9 ਗੁਣਾ is equal to 7 टाइम्स AB ਦਾ ਸਕੁਆਇਰ, ਇਹਦੇ ਬਰਾਬਰ ਪ੍ਰੂਫ ਕਰਨਾ। ਇਹਦੇ ਵਿੱਚ ਨਾ ਮੈਂ ਦੇਖੋ ਗਿਵਨ ਲਿਖਤਾ, टू प्रूफ लिखता, ये थोड़ी जी मैं कंस्ट्रक्शन करनी है, इदा करके एक लाइन ड्रॉ करांगे। ठीक है, ये नाल नहीं मैं प्रॉपर लाइन ड्रॉ कर दी हाँ, इदा ओहो ये लाइन ड्रॉ कर दो। ठीक है, तो इनू नाम दे दो ए, जी लाइन ड्रॉ की है कंस्ट्रक्शन AM ਇੱਥੇ ਆਏਗਾ AM is perpendicular to BC, यानी ये 90 डिग्री ਦਾ ਐਂਗਲ ਹੈਗਾ। ਠੀਕ ਹੈ, ਪ੍ਰੂਫ ਦੇ ਵਿੱਚ ਸਾਨੂੰ ਪਤਾ ਹੈਗਾ ਵੀ ਇਹ ਵਾਲਾ ਜਿਹੜਾ ਟ੍ਰਾਇੰਗਲ ਹੈ AMB
ए वाला, ठीक है, ते दूजे पासे AMC ए वाला। देखो ਇਹਦੇ ਵਿੱਚ AM ਦੋਨਾਂ ਵਿੱਚ ਕਾਮਨ ਹੈ। ਇਹਦੇ ਵਿੱਚ ਜੇ ਮੈਂ ਲਿਖਦੀ ਹਾਂ AM is equal to AM, एंगल M इक्वल टू एंगल M 90 डिग्री, ठीक है। ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਕਿਉਂਕਿ ਇਕੁਇਲੇਟਰਲ ਟ੍ਰਾਇੰਗਲ ਹੈ ਤਾਂ AB is equal to AC ਦੇ, therefore by RHS ਰੂਲ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਦੋਨੋਂ ਟ੍ਰਾਇੰਗਲਸ ਕੌਨਗਰੂਐਂਟ ਹੋ ਗਏ ਪੂਰੇ ਵੱਡੇ ਵਾਲੇ। ਹੁਣ ਜੇ ਇਹ ਕੌਨਗਰੂਐਂਟ ਹੋ ਗਏ ਤਾਂ ਇਹਨਾਂ ਦੇ ਕੋਰਸਪੋਂਡਿੰਗ ਪਾर्ट्स ऑफ कॉन्ग्रुएंट ट्रायंगल बराबर होएगा, मतलब ए वाला पार्ट BM बराबर हो जाएगा MC दे। ये दोनों किदे बराबर हो जाएगा, अद्धा हो जाएगा, हाफ ऑफ BC, दोनों अद्धे हैगे ने पूरी लाइन दे। ये मैं इत्थे प्रूफ करता। हुण सानू पता है भी जिहड़ा BD हैगा ए वाला इन्ना पार्ट ओ 1/3 हैगा BC दे। हुण कि मैं कह सकती हूँ DC कितना हो जाएगा 2/3, 1/3 नहीं, ये 2/3 हिस्सा हो जाएगा। जे ये 1/3 है तो ये किन्ने रह गए 2 हिस्से, तिन्ना विचों ते 2/3 हो गया। हुण जे मैं ट्रायंगल लैंदी हां ADC, ए वाला ट्रायंगल लै रही हां मैं ADC दे विच, ठीक है। हुण जे मैं ट्रायंगल लै रही हां AD ते C, ठीक है, ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ AD ਦਾ ਸਕੁਆਇਰ, A ਵਾਲੀ ਜਿਹੜੀ ਸਾਈਡ ਹੈ ਇਹਦਾ ਸਕੁਆਇਰ ਇਜ਼ ਇਕੁਅਲ ਟੂ ਕਿਹੜੀ ਸਾਈਡ, AC ਦਾ ਸਕੁਆਇਰ ਪਲਸ A ਦਾ ਸਕੁਆਇਰ ਮਾਈਨਸ 2 ਟਾਈम्स BC ਮਲਟੀਪਲਾਈਡ ਬਾय A ਵਾਲੀ ਸਾਈਡ MC। ਇਹਨੂੰ ਇਦਾਂ ਕਰਕੇ ਆਪਾਂ ਲਿਖ ਸਕਦੇ ਹਾਂ, ਠੀਕ ਹੈ ਜੀ। ਹੁਣ ਸਾਨੂੰ ਪਤਾ ਹੈ, ਇਹ ਮੈਂ ਹਟਾ ਦਿੰਦੀ ਹਾਂ ਤਾਂ ਕਿ ਤੁਹਾਨੂੰ ਦਿਖ ਜਾਏ ਕਿ ਕਿਹੜੀ ਵੈਲਿਊ ਪੁੱਟ ਕਰਨੀ ਹੈ। मैनू पता है भी जिहड़ा MC सीगा ए वाली साइड MC, ए हाफ सीगी पूरी BC दे, ठीक है। वैल्यू पुट करनी है मैं MC दी थां ते BC दी टर्म्स दे विच, ते जिहड़ा DC हैगा वो 2/3 BC वो आपां प्रूव करता उत्ते। इत्थे जिहड़ा BD हैगा ओदी वैल्यू दित्ती, वो मैनू लोड़ नहीं है, पर मैनू DC दी फिर लोड़ पेगी, 2 बार लोड़ पेगी, वो मैं वैल्यूज पुट करती, ठीक है। इहनू जद आपां सॉल्व करांगे, ए आ गया साडे कोल AC दा स्क्वायर प्लस 2 दा स्क्वायर की हो गया 4/9 BC दा स्क्वायर, ठीक है। जे इनू इदां ही लिखते हैं AC दा स्क्वायर प्लस 4/9 BC दा स्क्वायर माइनस 2 मल्टीप्लाइड बाय 2/3 BC मल्टीप्लाइड बाय हाफ ऑफ BC। ਇਹਦੇ ਨਾਲ ਇਹਦੀ ਕਟਿੰਗ ਹੋਗੀ, ਇਹ ਤੁਹਾਡੇ ਕੋਲ ਆ ਗਿਆ ਪੂਰਾ ਦਾ ਪੂਰਾ 2/3 BC ਦਾ ਸਕੁਆਇਰ। ਹੁਣ ਦੇਖੋ ਇੱਥੇ ਮੇਰੇ ਕੋਲ तीन अलग अलग साइड्स आ रही है, AC BC ABC आ रही है ना। सानू पता है इक्विलेटरल ट्रायंगल दे विच तीनों साइड्स बराबर ने, ते तिन्ना दी थां ते मैं कोई एक साइड लिख सकती हां, AB दे विच लिखती मैं पूरी इक्वेशन जो भी मेरे कोल आई, ए चीज AB दे विच लिखती वापस इत्थे, BC नू हटा के AB लिखता। हुण जद मैं AB स्क्वायर बाहर ले लिया, इत्थे आ गया 1 प्लस 4/9 माइनस 2/3। ਇਹਨੂੰ LCM लेके जब तुम सॉल्व करोगे LCM आ गया 9, ਇਹਨੂੰ ਕੀਤਾ 9 प्लस 4 माइनस 6 AB ਦਾ ਸਕੁਆਇਰ, सॉल्व करोगे 7/9 AB ਦਾ ਸਕੁਆਇਰ ਆ ਜਾਏਗਾ, ठीक है। ਇਹ ਕਿਹਦੇ ਬਰਾਬਰ ਆਪਾਂ ਕੱਢ ਰਹੇ ਸੀ, AD ਸਕੁਆਇਰ ਦੇ ਬਰਾबर ਕਰ ਰਹੇ ਸੀ ਇਹਨੂੰ, ਆ ਦੇਖੋ, ठीक है। ਤੇ AD ਸਕੁਆਇਰ इज इक्वल टू A ਆ ਗਿਆ, 9 ਉੱਤੇ ਚਲਾ ਗਿਆ, ਇਹ ਵੈਲਿਊ ਪ੍ਰੂਵ ਹੋ ਗਈ। ਅੱਗੇ ਹੈਗਾ 16th ਕੁਐਸਚਨ, ਇਹਦੇ ਵਿੱਚ ਇਕੁਇਲੇਟਰਲ ਟ੍ਰਾਇੰਗਲ ਬਣਾਉਣ ਲਈ ਕਿਹਾ ਹੈ। ਇਹ ਬਣਾਤਾ ਜੀ ਇਕੁਇਲੇਟਰਲ ਟ੍ਰਾਇੰਗਲ, प्रूव करना है दैट 3 times the square of one side is equal to 4 times the square of one of its altitude। सब तो पहला ਇਹਦੇ ਵਿੱਚ altitude ड्रॉ कर दो इदां करके, ठीक है जी। हुण A B C each side ले लो 2a 2a, ये altitude ये 90 डिग्री, ठीक है। ये प्रूव करना है ਇਹਦੇ ਵਿੱਚ ਆਪਾਂ ਇਹ ਚੀਜ਼ प्रूव करनी है। 3 टाइम्स AB ਦਾ ਸਕੁਆਇਰ ਇਜ਼ ਇਕੁਅਲ ਟੂ 4 टाइम्स AD ਦਾ ਸਕੁਆਇਰ। ਗਿਵਨ ਮੈਂ ਲਿਖਤਾ ਜੋ ਵੀ ਸਾਨੂੰ ਦਿੱਤਾ ਹੋਇਆ, ਤਿੰਨੋਂ ਸਾਈਡਸ ਬਰਾਬਰ ਨੇ ਇਹਦੇ ਵਿੱਚ। ਪ੍ਰੂਫ ਦੇ ਵਿੱਚ ਦੇਖੋ ਹੁਣ ਧਿਆਨ ਨਾਲ ਕੀ ਕਰਨਾ ਹੈ। ਸਾਨੂੰ ਪਤਾ ਹੈ ਰਾਈਟ ਐਂਗਲ ਟ੍ਰਾਇੰਗਲ ਹੈ ABD, ਇਹ ਰਾਈਟ ਐਂਗਲ ਟ੍ਰਾਇੰਗਲ ਹੈ ਜਿਹਦੇ ਵਿੱਚ AB ਦਾ ਸਕੁਆਇਰ ਇਜ਼ ਇਕੁਅਲ ਟੂ ਆਪਾਂ ਇਹ ਕਹਿ ਸਕਦੇ ਹਾਂ AD ਦਾ ਸਕੁਆਇਰ ਪਲਸ ਇਹਦੇ ਵਿੱਚ A ਵਾਲੇ ਦਾ ਸਕੁਆਇਰ ਪਲਸ BD ਦਾ ਸਕੁਆਇਰ। यही चीज आ गई। हुण ये पूरी जे 2a हैगी आ तो a कितना हो जाएगा a भी कितना हो जाएगा a कह सकते हैं ਇਹਦੇ ਵਿੱਚ, ठीक है। या तुसी ये कह सकते हो कि आ ਜਿਹੜੀ ਮੇਰੇ ਕੋਲ BD हैगी है, ठीक है, वो किदे बराबर हैगी है, BC ਦੇ बराबर है। BD इज इक्वल टू BC, क्यों, कारण की हैगा, क्योंकि D इज
ਮਿਡ ਪੁਆਇੰਟ ਆਫ BC ਦਾ। ਇਹ ਆਪਸ ਦੇ ਵਿੱਚ ਬਰਾਬਰ ਹੈਗੇ ਨੇ। ਇੱਥੇ ਮੈਂ BD ਦੀ ਥਾਂ ਤੇ मैं की लिख सकती हाँ, DC लिख सकती हाँ, इनू लिख सकती हाँ AD दा स्क्वायर प्लस DC दा स्क्वायर, या दोनों आपस दे विच ये दोनों बराबर ने, इनू लिख सकती हाँ दोनों जिहड़े ने हाफ ऑफ BC ने। चलो एदी थां ते मैं लिख दिंदी हाँ हाफ ऑफ BC पूरे दा स्क्वायर, क्योंकि ये परपेंडिकुलर है, हाफ ऑफ BC दे बराबर ने। ये आ गया AD दा स्क्वायर प्लस 1/4 BC दा स्क्वायर। ਹੁਣ ਸਾਨੂੰ ਪਤਾ ਸਾਈਡਸ ਆਪਸ ਦੇ ਵਿੱਚ ਬਰਾਬਰ ਨੇ ਕਿਉਂਕਿ ਇਕੁਇਲੇਟਰਲ ਟ੍ਰਾਇੰਗਲ ਹੈ ਨਾ। ਤੇ BC ਜਿਹੜੀ ਹੈਗੀ ਆ ਉਹਨੂੰ ਮੈਂ AB ਦੇ ਬਰਾਬਰ ਲਿਖ ਸਕਦੀ ਹਾਂ, ਉਹੀ ਮੈਂ ਇੱਥੇ ਕਰਨਾ ਹੈ। AB ਦਾ ਸਕੁਆਇਰ ਇਜ਼ ਇਕੁਅਲ ਟੂ AD ਦਾ ਸਕੁਆਇਰ ਪਲਸ 1/4 BC ਦੀ ਥਾਂ ਤੇ ਕੀ ਲਿਖਤਾ AB ਦਾ ਸਕੁਆਇਰ। ਆ ਦੇਖੋ ਦੋਨੋਂ AB ਹੋ ਗਏ, ਇਹਨੂੰ ਇੱਧਰ ਲੈ ਜਾਓ। ਇਹ ਆ ਗਿਆ AB ਦਾ ਸਕੁਆਇਰ ਮਾਈਨਸ 1/4 AB ਦਾ ਸਕੁਆਇਰ ਇਜ਼ ਇਕੁਅਲ ਟੂ AD ਦਾ ਸਕੁਆਇਰ। 1 माइनस 1/4 AB कॉमन ले लिया, LCM लैके जब इन 4 माइनस 1 ये आ गया 3/4, इन सॉल्व किया 3/4 AB दा स्क्वायर इज इक्वल टू AD दा स्क्वायर आ गया। हुन ये 4 इत्थे चला गया, 3AB दा स्क्वायर इज इक्वल टू 4 टाइम्स AD दा स्क्वायर। हैंस प्रूव हो गया जो आप प्रूव करना सी, यही प्रूव करना सी। अगे है दिता ट्रायंगल दिता होया इदा करके ABC ले लो। अजय मैं सिंपल ट्रायंगल ड्रॉ कर रही हूँ ABC। मैं AC लेता है 12 सेंटीमीटर जो दिता हुआ है, BC दिता है 6 सेंटीमीटर, तो दिता है 6√3 सेंटीमीटर। एंगल B जिहड़ा वो कैलकुलेट करना है, ठीक है। जे एंगल B आप कैलकुलेट करना है, ठीक है, तो आप इदा करते हैं AC का स्क्वायर ले लो। AC का स्क्वायर कल्ले का सब तो वड्डी साइड यही लग रही है, ये 144, तो इन्हों दोनों का जब तुम स्क्वायर लोगे कुछ इदा का बनेगा। तुसी इदा बनाने की कोशिश कर रहे हो ABC, ठीक है। ਇਹਦਾ स्क्वायर 6√3 ਦਾ स्क्वायर किवें लवांगे, 6 × 6 √3 मल्टीप्लाइड बाय √3, ये हो गया 36। √3 ਨੂੰ 2 बार मल्टीप्लाई किया 3, ਇਹਨੂੰ सॉल्व करोगे ਤੁਹਾਡੇ ਕੋਲ 108। 6 ਦਾ स्क्वायर 36, ठीक है। ਇੱਥੇ थोड़ा ਜਿਹਾ गल ਦਿੱਤਾ ਹੋਇਆ, ਆਪਾਂ ਇਹ ਕਹਿ ਸਕਦੇ ਹਾਂ ਜਦ ਤੁਸੀਂ ਐਡ ਕਰੋਗੇ ਇਹਨਾਂ ਨੂੰ 108 ਤੇ 36 ਨੂੰ ਐਡ ਕਰੋਗੇ ਜਦ ये आ जाएगा 144, ये भी 144, ये भी 144 आपस ਦੇ ਵਿੱਚ ਬਰਾਬਰ ਹੋ ਗਏ। ਤਾਂ ਕਨਵਰਸ ਆਫ ਪਾਈਥਾਗੋਰਨ ਥਿਓਰਮ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ, ਕਿਉਂਕਿ ਇਹਦਾ ਜਿਹੜਾ ਸਕੁਆਇਰ ਹੈ ਇਕੁਅਲ ਟੂ ਇਹਦਾ ਪਲਸ ਇਹਦਾ ਸਕੁਆਇਰ, देयरफॉर एंगल B ਕਿੰਨਾ ਹੋ ਗਿਆ 90 ਡਿਗਰੀ। ਇਹ ਆ ਗਿਆ ਆਨਸਰ। ਤੇ ਇਸੀ ਅੱਜ ਦੀ ਕਲਾਸ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ। ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ, ਚਲ ਦੈਨ ਟੇਕ ਕੇਅਰ, ਬਾਏ ਬਾਏ।